वो भी कहना है। और यहाँ पे तो बहुत मतलब ये पनीर टिक्का की आप बता अमृतसर का जो पानी है ना उसमें भी खासियत है। हाँ जी। जो हमारे यहाँ पे बीके कुलचे मिलते हैं, आप कुलचा You suggest that Australia is a nice option. अगर कोई abroad जाना चाहता है तो ऑस्ट्रेलिया ऑप्ट करके देखे जरूर। पॉलिश दैट ओवर देयर। ओके ਤੁਸੀਂ ਐਟਲੀਸਟ ਇੱਥੋਂ ਕੁਝ ਕਰਕੇ ਜਾਓ, ਇੱਥੋਂ ਆਪਣਾ ਐਟਲੀਸਟ ਕੋਈ ਤਾਂ ਕੋਈ ਡਿਗਰੀ ਹੋਵੇ, ਕਿਸੇ ਸਾਇੰਸ ਦੇ ਵਿੱਚ ਸਪੈਸ਼ਲਾਈਜ਼ ਜਾਂ ਕੋਈ ਆਨਰਸ ਦੀ ਡਿਗਰੀ ਹੋਵੇ, ਇੰਜੀਨੀਅਰਿੰਗ होवे। हमने अपने पेरेंट्स को देखा लाइफ में स्ट्रगल करते ना, तो उन्होंने जो स्ट्रगल की वो हमें इतना नहीं पता चला, बट उन्होंने ऐसी स्ट्रगल कर ली जो हमने इंजॉय किया बाद में। वैसे ही लाइफ वो ਫਿਰ ਉਹਨਾਂ ਐਕਸਪਲੋਇਟੇਸ਼ਨਸ ਵੀ ਹੁੰਦੀਆਂ, ਬਟ ਡੈਫੀਨਿਟਲੀ ਜੇ ਤੁਸੀਂ ਬਹੁਤ ਜ਼ਿਆਦਾ ਪੈਸ਼ਨੇਟ ਜੇ ਐਂਡ ਯੂ ਆਰ ਰੈਡੀ ਟੂ ਫੇਸ ਦ ਹਾਰਡ ਲਾਈਫ, ਤੇ ਸਾਈਕੋਲੋਜੀਕਲੀ ਇਫ ਯੂ ਆਰ ਸਟਰੋਂਗ, if you think that you will not be psychologically broken because of Welcome to the Hungry Mind Show, food philosophy and conversation powered by Amritsar Bites। ਅਸੀਂ ਅੱਜ ਤੁਹਾਡਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਇੱਕ ਫਰੈਸ਼ ਐਪੀਸੋਡ ਦੇ ਵਿੱਚ, ਜਿੱਥੇ ਅਸੀਂ ਗੱਲ ਕਰਾਂਗੇ ਇੱਕ ਹੋਰ ਪਾਵਰਫੁਲ ਕਪਲ ਦੇ ਨਾਲ, ਜੋ ਕਿ ਦਿਲੋਂ ਤਾਂ ਦੇਸੀ ਹੈ ਪਰ ਹੈਗੇ ਵਿਦੇਸੀ ਨੇ। ਯਾਨੀ ਕਿ ਇੱਕ ਪਾਵਰਫੁਲ NRI ਕਪਲ ਨਾਲ ਅੱਜ ਅਸੀਂ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ ਔਰ ਖਾਣਾ ਵੀ ਖਾਵਾਂਗੇ। ਅੰਮ੍ਰਿਤਸਰ ਬਾਈਟਸ ਤੁਹਾਡੇ ਵਾਸਤੇ ਲੈ ਕੇ ਆਉਂਦਾ ਹੈ ਬਹੁਤ ਹੀ ਪਿਆਰ ਨਾਲ ਬਣਾਇਆ ਹੋਇਆ ਸਵਾਦਿਸ਼ਟ ਖਾਣਾ, ਜਿਹਨੂੰ ਤੁਸੀਂ ਸਾਲਾਂ ਤੱਕ ਯਾਦ ਰੱਖੋਗੇ, ਔਰ ਜਿਹੜੀਆਂ ਗੱਲਾਂ ਅੱਜ ਅਸੀਂ ਕਰਾਂਗੇ ਉਸ ਖਾਣੇ ਦੇ ਨਾਲ ਨਾਲ ਉਹ ਵੀ ਤੁਸੀਂ ਸਾਲਾਂ ਤੱਕ ਯਾਦ ਰੱਖੋਗੇ। ਇੱਕ ਰਿਕੁਐਸਟ ਹੈ ਕਿ ਇਸ ਚੈਨਲ ਨੂੰ ਜ਼ਰੂਰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਲਾਈਕ ਕਰੋ, ਤਾਂ ਕਿ ਅਸੀਂ ਗਲੋਬਲ ਲੈਵਲ 'ਤੇ ਆਪਣੀ ਇਸ ਗੱਲ ਨੂੰ ਲੋਕਾਂ ਤੱਕ ਪਹੁੰਚਾ ਸਕੀਏ। ਕੁਝ ਮਿੱਠੀਆਂ ਗੱਲਾਂ, ਕੁਝ ਹਾਸਾ ਖੇਡਾ, ਨੋ ਡਰਾਮਾ, ਰਾਈਟ, ਸਿੱਧੀ ਗੱਲ ਆਪਾਂ ਇੱਥੇ ਕਰਾਂਗੇ ਔਰ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ ਔਰ ਬਹੁਤ ਕੁਝ ਖਾਣ ਨੂੰ ਵੀ ਮਿਲੇਗਾ। ਸੋ ਆਓ ਅਸੀਂ ਵੈਲਕਮ ਕਰਦੇ ਹਾਂ ਅਸੀਂ ਸਾਡੇ ਬਹੁਤ ਹੀ ਜ਼ਬਰਦਸਤ ਕਪਲ ਦਾ, ਮਿਸਟਰ ਰੋਹਿਤ ਸ਼ਰਮਾ ਜੀ ਐਂਡ ਅਨੁਭਾ ਸ਼ਰਮਾ ਜੀ ਫਰੋਮ ਆਸਟ੍ਰੇਲੀਆ। ਦੇ ਆਰ ਫਰੋਮ ਆਸਟ੍ਰੇਲੀਆ। ਅੱਜ ਅਸੀਂ ਇਹਨਾਂ ਨਾਲ ਬਹੁਤ ਪਿਆਰੀਆਂ ਗੱਲਾਂ ਕਰਾਂਗੇ ਔਰ ਤੁਹਾਨੂੰ ਵੀ ਰੀਅਲ ਲਾਈਫ ਐਕਸਪੀਰੀਐਂਸਿਸ ਮਿਲਣਗੇ, ਕਿਉਂਕਿ ਇੱਥੇ ਰੀਅਲ ਲਾਈਫ ਹੀਰੋਜ਼ ਆਉਂਦੇ ਨੇ, ਇੱਥੇ ਸਿਨੇਮੈਟਿਕ ਹੀਰੋਜ਼ ਨਹੀਂ ਆਉਂਦੇ, ਹੈ ਨਾ। ਰੀਅਲ ਜ਼ਿੰਦਗੀ ਦੇ ਵਿੱਚ ਜਿਹੜੇ ਲੋਕ ਵਿਚਰਦੇ ਨੇ, ਉਹਨਾਂ ਨੂੰ ਕਿਹੜੀਆਂ ਪ੍ਰੋਬਲਮਸ ਆਉਂਦੀਆਂ, ਉਹ ਕਿਸ ਤਰ੍ਹਾਂ ਲਾਈਫ 'ਚ ਗਰੋ ਕਰਦੇ ਆ, ਉਹ ਲਾਈਫ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ, ਇਹ ਸਾਰੀਆਂ ਗੱਲਾਂ ਸਾਨੂੰ ਇਸ ਪੋਡਕਾਸਟ ਦੇ ਰਾਹੀਂ ਪਤਾ ਲੱਗਣਗੀਆਂ, ਰੀਅਲ ਲਾਈਫ ਸਟੋਰੀਜ਼ ਦੇ ਰਾਹੀਂ। ਸੋ ਆਓ, ਕਿਸ ਤਰ੍ਹਾਂ ਲੱਗ ਰਿਹਾ ਜੀ ਤੁਹਾਨੂੰ ਅੱਜ ਅੰਮ੍ਰਿਤਸਰ ਦੇ ਵਿੱਚ? हाँ काफ़ी हैपनिंग और इंजॉयबल। बहुत अच्छा लग रहा है जी, बहुत अच्छा। खास करके फूड, एक्चुअली ਅਸੀਂ ਬਹੁਤ ਫੂਡੀ ਹਾਂ ਔਰ ਜੋ ਟੇਸਟ ਔਰ ਸਵਾਦ ਇੱਥੇ ਹੈਗਾ ਉਹ ਕਿਤੇ ਵੀ ਨਹੀਂ ਹੈਗਾ। ਵੈਰੀ ਨਾਈਸ। ਬਿਕਾਜ਼ brought up ਇੱਥੇ ਦਾ, ਪੰਜਾਬ ਅੰਮ੍ਰਿਤਸਰ ਦਾ, ਸੋ ਸਾਨੂੰ ਸਵਾਦ ਸਾਰੇ ਇੱਥੇ ਦੇ ਲੱਗੇ। ਸੋ being a foodie couple, ਜਿਵੇਂ ਤੁਸੀਂ ਕਿਹਾ ਯੂ ਵੈਰੀ ਫੂਡੀ, ਵੀ ਆਲਸੋ ਵੈਰੀ ਫੂਡੀ। ਤੋ ਜਦੋਂ ਤੁਸੀਂ ਲੈਂਡ ਹੋਏ ਅੰਮ੍ਰਿਤਸਰ ਦੇ ਵਿੱਚ, ਸਭ ਤੋਂ ਪਹਿਲਾਂ ਤੁਹਾਡੇ ਦਿਮਾਗ 'ਚ ਕੀ ਸੀਗਾ ਕਿ ਕੀ ਖਾਣਾ? ਅੰਮ੍ਰਿਤਸਰੀ ਕੁਲਚਾ। ਤੁਹਾਡੇ ਸਰ ਮੇਰੇ ਮੱਖਣ ਦੀ ਫਿਸ਼। ਹਾਏ ਹਾਏ, ਕੀ ਬਾਤ ਹੈ, ਬਹੁਤ ਵਧੀਆ। ਸੋ ਥੋੜ੍ਹੀ ਜਿਹੀ ਹੋਰ ਗੱਲਾਂ ਕਰਦੇ ਹਾਂ ਜੀ ਤੁਹਾਡੇ ਨਾਲ ਕਿ ਹਾਊ ਵਾਜ਼ ਯੋਰ ਲਾਈਫ ਇਨ ਮੈਲਬੌਰਨ, ਔਰ ਉੱਥੋਂ ਜਦੋਂ ਤੁਸੀਂ आए हो इत्थे, डू यू मिस मेलबॉर्न? नॉट सो मच, पर जैसे खट्टी मीठी होती हैं चीज़ें लाइफ में, वैसी लाइफ है। कुछ अच्छा व्यू भी है वहाँ पे रहने का, कुछ बैड व्यूज़ भी हैं, बट लाइफ इज़ लाइक दैट। Actually sir, like I'm living there from last 20 years. So Melbourne is a second home. Yes. So like you can't say that you will not miss Melbourne, you will always miss, because you always, I check the cameras every day कि मेरा घर ठीक ठाक है, मेरी कारां खड़ियां मेरी ठीक ठाक है, मेरा काम मेरे सब सही चल रहा। ਉਹ ਵੀ ਇੱਕ ਘਰ ਬਣ ਚੁੱਕਿਆ ਹੈ ਜੀ। ਤੇ ਬੇਸਿਕਲੀ ਆਪਾਂ ਅੰਮ੍ਰਿਤਸਰ ਰਹੀਏ ਚਾਹੇ ਮੈਲਬਰਨ 'ਚ ਰਹੀਏ, ਬੇਸਿਕਲੀ ਤੇ ਉਹੀ ਹੁੰਦਾ ਜੋ ਆਪਾਂ ਘਰ ਦੇ ਅੰਦਰ ਕਰਦੇ ਹਾਂ। ਬਾਹਰ ਦੇ ਐਟਮੋਸਫੇਅਰ ਆ ਉਹ ਇੱਥੇ ਵੀ ਉਸ ਤਰ੍ਹਾਂ ਸਾਨੂੰ ਲੋਕਾਂ ਨੂੰ ਫੇਸ ਅਪ ਕਰਨਾ ਉੱਥੇ ਵੀ, ਬਟ ਯੂ ਵਿਲ ਆਲਵੇਜ਼ ਮਿਸ। ਹਾਂ, ਜਿਵੇਂ ਇੱਥੇ ਪੋਲਿਊਸ਼ਨ ਜ਼ਿਆਦਾ ਹੈ, ਹਾਂਜੀ, ਉੱਥੇ ਪੋਲਿਊਸ਼ਨ ਘੱਟ ਹੈ, ਪਰ ਮੈਨੂੰ ਇੰਝ ਲੱਗਦਾ ਸਾਡੇ ਅੰਮ੍ਰਿਤਸਰ ਦੇ ਵਿੱਚ ਐਕਸਟ੍ਰੀਮ ਗਰਮੀ ਪੈਂਦੀ, ਐਕਸਟ੍ਰੀਮ ਸਰਦੀ ਪੈਂਦੀ ਹੈ, ਬਟ ਸਟਿਲ ਵੈਦਰ ਆਸਟ੍ਰੇਲੀਆ ਦੇ ਵਿੱਚ ਮੈਨੂੰ ਲੱਗਦਾ ਅੰਮ੍ਰਿਤਸਰ ਨਾਲੋਂ ਵੀ ਜ਼ਿਆਦਾ ਠੰਡ ਹੁੰਦੀ ਹੈ। ਹੁੰਦੀ ਹੈ, ਬਟ ਕਿਤੇ ਲਾਈਕ ਇਨ ਮੈਲਬਰਨ ਯੂ ਸੀ 4 ਸੀਜ਼ਨਸ ਇਨ 1 ਡੇ, ਬਟ ਜੇ ਤੁਸੀਂ ਬ੍ਰਿਸਬੇਨ ਜਾਓ, ਗੋਲਡ ਕੋਸਟ ਜਾਓ, ਟ੍ਰੋਪੀਕਲ ਵੈਦਰ ਹੈ ਲਾਈਕ ਅੰਮ੍ਰਿਤਸਰ। ਓਕੇ, ਸੋ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਠੰਡ ਹੈ, ਕਈ ਰੀਜਨਸ 'ਚ ਹੈਗੀ। ਨਹੀਂ, ਡੈਫੀਨਿਟਲੀ ਮੈਲਬਰਨ 'ਚ ਬਹੁਤ ਜ਼ਿਆਦਾ ਮੈਲਬਰਨ 'ਚ ਠੰਡ ਇਸ ਕਰਕੇ ਹੈ ਬਿਕੋਜ਼ ਮੈਲਬਰਨ ਇਜ਼ ਕਲੋਜ਼ ਟੂ ਐਂਟਾਰਕਟਿਕਾ।
ਓਕੇ ਤੇ ਦੂਸਰੀ ਗੱਲ ਇਹ ਹੈ ਕਿ ਮੈਲਬਨ ਵਿੰਟਰਸ ਆਰ ਆਲਵੇਜ਼ ਵੈਟ, ਕਿ ਜ਼ਿਆਦਾਤਰ ਉੱਥੇ ਬਾਰਿਸ਼। ਹਮੇਸ਼ਾ ਹਾਂਜੀ ਜ਼ਿਆਦਾਤਰ ਜਿਹੜੀ ਬਾਰਿਸ਼ ਹੁੰਦੀ ਹੈ ਵਿੰਟਰਸ 'ਚ ਹੁੰਦੀ ਹੈ। Okay. ਤੇ ਦੇ ਆਰ ਵੈਰੀ ਮਚ ਲਾਈਕ ਇਟਸ ਆਲਵੇਜ਼ ਰੇਨਿੰਗ, ਮੇਬੀ ਯੂ ਕੈਨ ਸੇ ਐਵਰੀ ਆਲਟਰਨੇਟ ਡੇ ਇਜ਼ ਰੇਨਿੰਗ। ਜਿਵੇਂ ਝੜੀ ਕਹਿੰਦੇ ਆ ਅਸੀਂ, ਤੇ ਹਫਤਾ ਹਫਤਾ ਝੜੀ ਇਟਸ ਲੱਗੀ ਨਾਟ ਰਹਿੰਦੀ ਲਾਈਕ ਕਿ ਹੈਵੀ ਰੇਨ ਹੁੰਦੀ ਹੈ, ਮਤਲਬ ਇੱਕ ਦਿਨ ਜਿੱਦਾਂ ਡ੍ਰਿਜ਼ਲਿੰਗ ਹੋ ਗਈ, ਨੈਕਸਟ ਡੇ ਲਿਟਲ ਬਿਟ ਹੈਵੀ ਡ੍ਰਿਜ਼ਲਿੰਗ, Okay. ਬਟ ਦੈਟਸ ਅ ਸੌਰਟ ਆਫ ਯੂ ਕਾਂਟ the sun is very hard to see। ਓਕੇ, ਮਤਲਬ ਇਹ ਹੋ ਗਿਆ ਕਿ ਜਦੋਂ ਆਪਾਂ ਇੱਥੇ ਹੁੰਦੇ ਆ ਅੰਮ੍ਰਿਤਸਰ ਦੇ ਵਿੱਚ ਤੇ ਫਿਰ ਮੈਲਬੌਰਨ ਮਿਸ ਕਰਦੇ ਆ, ਔਰ ਜਦੋਂ ਮੈਲਬੌਰਨ 'ਚ ਹੁੰਦੇ ਆ ਤੇ ਫਿਰ ਅੰਮ੍ਰਿਤਸਰ ਦਾ ਕੀ ਮਿਸ ਕਰਦੇ ਆ? ਮਿਸ ਦੀ ਨਹੀਂ, ਮਿਸ ਤੇ ਜਦੋਂ ਤੁਸੀਂ ਬੇਸਿਕਲੀ ਐਕਚੁਅਲੀ ਚੱਕਰ ਇਹ ਹੈ ਕਿ ਜਿਹੜਾ ਵੀ ਬੰਦਾ ਆਪਣੀ ਜਿੱਥੇ ਬੌਰਨ ਬ੍ਰੌਡ ਅਪ ਹੋਵੇ ਨਾ, ਹਾਂਜੀ। ਜਿਹੜਾ ਵੀ ਬੰਦਾ ਆਫਟਰ 22 ਇਅਰਸ ਆਪਣੀ ਸਿਟੀ ਛੱਡ ਕੇ ਦੂਸਰੇ ਸ਼ਹਿਰ ਜਾਂਦਾ, ਦੂਸਰੇ ਮੁਲਕ ਜਾਂਦਾ, ਫॉर ਹੋਲ ਲਾਈਫ ਹੀ ਵਿਲ ਆਲਵੇਜ਼ ਬੀ ਥਿੰਕਿੰਗ ਯਾਰ ਕਿ ਮੇਰੀ ਲਾਈਫ ਉੱਥੇ ਚੰਗੀ ਸੀ ਕਿ ਇੱਥੇ ਚੰਗੀ ਸੀ, ਤੇ ਦੋਵਾਂ ਨੂੰ ਹਮੇਸ਼ਾ ਉਹ ਕੰਪੈਰੀਜ਼ਨ ਕਰਦਾ ਰਹੇਗਾ। ਬਟ ਥਿੰਗ ਇਜ਼ ਦੈਟ ਕਿ ਹੁਣ ਭਾਈ ਮੈਨੂੰ ਉੱਥੇ 20 ਸਾਲ ਹੋ ਗਏ, ਇੱਥੇ ਮੈਂ 25 ਸਾਲ ਰਿਹਾ, ਫਿਰ ਵੀ ਉਹ ਜਿਹੜੇ 25 ਸਾਲ ਜਿਹੜੇ ਨਾ ਉਹ ਯੂ ਆਲਵੇਜ਼ ਮਿਸ। ਬੇਸਿਕਲੀ ਸਾਡੀ ਰੂਟਸ ਤੇ ਇੱਥੇ ਦੀਆਂ ਨਾ, ਤੇ ਫਿਰ ਸਾਨੂੰ ਉਹ ਰੂਟਸ ਬਟ ਖਿੱਚਦੀਆਂ। ਇਹ ਹੈ ਵੀ ਉੱਥੇ ਹੁਣ ਉੱਥੇ ਤੁਹਾਡਾ ਸਾਰਾ ਕੁਝ ਹੁਣ ਫੈਮਿਲੀ ਤੁਸੀਂ ਕਰ ਰਹੇ ਜੇ, ਆਪਣਾ ਤੁਹਾਡਾ ਕੰਮ ਚੱਲ ਰਿਹਾ, ਪਰ ਯੂ ਹੈਵ ਟੂ ਉੱਥੇ ਵੀ ਤੁਹਾਨੂੰ ਸਾਰਾ ਲੁੱਕ ਆਫਟਰ ਕਰਨਾ ਪੈਂਦਾ, ਧਿਆਨ ਵੀ ਤੁਹਾਡਾ ਉੱਥੇ ਰਹਿੰਦਾ। ਇਹ ਹੈ ਕਿ ਪਹਿਲੇ ਸਟਾਰਟਿੰਗ ਦੇ ਉੱਤੇ ਜਦੋਂ ਇੱਥੇ ਆਈਦਾ ਸੀ ਉਦੋਂ ਲਾਈਟ ਹੋ ਜਾਂਦਾ ਸੀ ਬਿਲਕੁਲ, ਬਟ ਹੁਣ ਥੋੜਾ ਜਿਹਾ ਇਹ ਹੈ ਵੀ ਹੁਣ ਧਿਆਨ ਪਿੱਛੇ ਵੀ ਰਹਿੰਦਾ। ਫਿਰ ਸੋ ਬਿਟਵੀਨ ਟੂ ਆਫ ਯੂ ਆਸਟ੍ਰੇਲੀਆ 'ਚ ਜ਼ਿਆਦਾ ਅੱਛਾ ਸੈਟਲ ਕੌਣ ਹੋਇਆ, ਮਤਲਬ ਰਚ ਮਚ ਗਿਆ ਉੱਥੇ ਦੇ ਐਟਮੋਸਫੇਅਰ ਨਾਲ ਜਲਦੀ? ਮੇਰੇ ਹਸਬੈਂਡ, ਬਿਕਾਜ਼ ਮੇਰਾ ਬੇਟਾ ਛੋਟਾ ਹੈ, ਸੋ ਉਹਨੂੰ ਵੀ ਲੁੱਕ ਆਫਟਰ ਕਰਨਾ ਜੀ, ਹੈ, ਜੀ। ਸੋ ਆਈ ਹੈਵ ਟੂ ਮੈਨੇਜ ਹੋਮ, ਮਾਈ ਕਿਡ and my job, so तीनों it's really hard, so I'm a part-time Okay. educator Yeah. in child care, और मेरे husband जो हैं वो IT च हैगे हैं, so ਹਾਂਜੀ तो फिर ਇਹ ਦੋਵੇਂ ਜਾਣੇ ਰਚ ਗਏ ਆ ਜੀ। ਬੇਸਿਕਲੀ ਘਰ ਇਹ ਹੈ ਵੀ ਜਦੋਂ ਮੈਂ ਤਾਂ ਉਹੀ ਗੱਲ ਕੀਤੀ ਨਾ ਕਿ ਐਟਮੋਸਫੇਅਰ ਤੇ ਘਰੋਂ ਬਾਹਰ ਹੁੰਦਾ ਜੀ, ਪਰ ਜਦੋਂ ਤੁਹਾਡੀ ਇੱਕ ਤਰ੍ਹਾਂ ਦੀ ਤੁਹਾਡੀ ਜਿਹੜੀ ਲਾਈਫ ਹੈ ਉਹ ਤੁਹਾਡੇ ਘਰ ਦੇ ਅੰਦਰ ਹੀ ਜ਼ਿਆਦਾ ਦੌੜਦੀ। ਬਾਕੀ ਇਹ ਕੰਮ ਕਰਕੇ ਤੁਸੀਂ ਅੰਮ੍ਰਿਤਸਰੋਂ ਘਰੋਂ ਕੰਮ ਕਰਨ ਜਾਓ, ਉਹੀ ਐਟਮੋਸਫੇਅਰ ਮਿਲਣਾ ਕੰਮ ਦਾ, ਮੇਬੀ ਥੋੜਾ ਜਿਹਾ ਬੰਦੇ ਦੀਆਂ ਤੁਹਾਨੂੰ ਕੋਈ ਹੋਰ ਚੀਜ਼ ਫੇਸ ਕਰ ਸਕਦੇ। ਹੁਣ ਅਸੀਂ ਘਰ ਨਵਾਂ ਸ਼ਿਫਟ ਕੀਤਾ ਤਾਂ ਮੈਨੂੰ ਲੋਕ ਪੁੱਛਦੇ ਦਿਲ ਲੱਗ ਗਿਆ ਕਿ ਦੀਵਾਰਾਂ ਹੀ ਬਦਲੀਆਂ, ਹਾਂ ਸ਼ਕਲਾਂ ਤੇ ਉਹੀ ਸ਼ਕਲਾਂ ਤੇ ਇਹ ਬਿਲਕੁਲ ਸਹੀ ਗੱਲ ਕੀਤੀ। ਇਸ ਕਰਕੇ ਦੀਵਾਰਾਂ ਨਾਲ ਦਿਲ ਥੋੜੀ ਲੱਗਦਾ, ਦਿਲ ਤਾਂ ਬੰਦੇ ਨਾਲ ਲੱਗਦਾ, ਸੋ ਇਟ ਡਸਨਟ ਮੇਕ ਅ ਡਿਫਰੈਂਸ। ਵਾਓ, ਦੈਟਸ ਗੁੱਡ। ਸੋ ਬਹੁਤ ਅੱਛਾ ਲੱਗ ਰਿਹਾ ਜੀ ਤੁਹਾਡੇ ਨਾਲ ਗੱਲ ਕਰਕੇ, ਗੈਟਿੰਗ ਗ੍ਰੇਟ ਇਨਸਾਈਟਸ। ਹਾਂਜੀ ਸੋ ਅੱਗੇ ਵਧਦੇ ਹਾਂ, ਥੋੜਾ ਜਿਹਾ ਫੂਡ ਦੇ ਬਾਰੇ ਗੱਲ ਕਰਦੇ ਹਾਂ, ਹੈ ਨਾ? ਹਾਂਜੀ ਹਾਂਜੀ ਖਾਣਾ ਇੱਕ ਇਹੋ ਜਿਹੀ ਚੀਜ਼ ਹੈ, ਕਹਿੰਦੇ ਆ ਕਿ ਦਿਲ ਦਾ ਰਸਤਾ ਜਿਹੜਾ ਉਹ ਪੇਟ ਤੋਂ ਹੋ ਕੇ ਜਾਂਦਾ, ਹਾਂਜੀ ਹੈ ਨਾ? ਸੋ ਅੱਛਾ ਖਾਣਾ ਖਾਓ ਤੇ ਦਿਲ ਦੀਆਂ ਗੱਲਾਂ ਵੀ ਅੱਛੀਆਂ ਹੁੰਦੀਆਂ, ਹੈ ਨਾ? ਸੋ ਜਦੋਂ ਫੂਡ ਕ੍ਰੇਵਿੰਗਸ ਦੀ ਗੱਲ ਆਉਂਦੀ ਹੈ, ਹੂ ਇਜ਼ ਮੋਰ ਅਨਪ੍ਰੈਡਿਕਟੇਬਲ? ਹਾਂ, ਕਿ ਜਿਹਨੂੰ ਕਿਸੇ ਵੇਲੇ ਵੀ ਕਿਸੇ ਵੀ ਚੀਜ਼ ਦੀ ਡਿਮਾਂਡ ਆ ਸਕਦੀ, ਮੈਨੂੰ ਇਸ ਵੇਲੇ ਇਹ ਖਾਣਾ ਹੈ। ਇਹ ਮੇਰੇ ਹਸਬੈਂਡ, ਅੱਛਾ, ਬਿਕਾਜ਼ ਰਹਿੰਦੇ ਉਹ ਮੈਲਬਨ ਚ ਹੈ, ਬਟ ਪੰਜਾਬੀ ਫਰਮ ਹਾਰਟ। ਹਾਂ, ਲਾਈਕ ਕਈ ਲੋਕੀ ਹੁੰਦੇ ਆ ਜਿਵੇਂ ਉੱਥੇ ਸੈਟਲ ਹੋ ਗਏ ਆ, ਉਹ ਗੁਜ਼ਾਰਾ ਕਰ ਲੈਣਗੇ ਕਿ ਬਾਹਰੋਂ ਪੀਜ਼ਾ ਬਰਗਰ ਆਰਡਰ ਕਰ ਲੈਂਗੇ, ਬਟ ਸਾਡੇ ਘਰ ਹਮੇਸ਼ਾ ਪਰਾਂਠੇ ਬਣਨਗੇ, ਫਿਰ ਦਾਲ ਮੱਖਣੀ ਵੀ ਬਣੇਗੀ, ਰਾਜਮਾ ਚਾਵਲ, ਸਾਰਾ ਕੁਝ ਦੇਸੀ ਫੂਡ ਬਣਦਾ। ਵਾਓ। ਰੋਹਿਤ ਜੀ, ਤੁਸੀਂ ਕੁੱਕ ਵੀ ਕਰਦੇ ਹੋ? ਹਾਂਜੀ ਮੈਂ ਕੁੱਕ ਕਰਦਾ, ਮੈਂ ਮੋਸਟਲੀ ਨਾਨ ਵੈਜ ਕੁੱਕ ਕਰਦਾ। ਅੱਛਾ, ਮੈਂ ਬੜੀ ਅੱਛੀ ਫਿਸ਼ ਬਣਾਉਣਾ, ਵੈਰੀ ਤੇ ਦੂਸਰੀ ਗੱਲ ਆ ਜਦੋਂ ਮੇਰੇ ਫਰੈਂਡਸ ਵਗੈਰਾ ਆਉਂਦੇ ਮੈਂ ਗੋਟ ਕਰੀ ਬੜੀ ਅੱਛੀ ਬਣਾਉਣਾ। ਓਕੇ। ਬਟ ਮੇਨਲੀ ਮੇਰੀ ਜਿਹੜੀ ਫਿਸ਼ ਫਰਾਈ ਆ ਉਹ ਮਾਈ ਆਲ ਫਰੈਂਡਸ ਲਾਈਕ, ਜੇ ਮੈਂ 2 ਕਿਲੋ ਵੀ ਫਿਸ਼ ਬਣਾ ਲਾ ਤੇ ਉਹ ਵੀ ਖਤਮ ਹੋ ਜਾਏਗੀ क्योंकि We वो don't take non-veg. No, No, she occasionally takes. egg लेती हूँ बस, boiled egg, but not ਤੇ ਦੂਸਰਾ ਹਾਂਜੀ ਤੇ ਨਾਨ ਵੈਜ ਫਿਰ ਰੋਸਟ, ਜਦੋਂ ਕੋਈ ਫਰੈਂਡਸ ਵਗੈਰਾ ਆਣ ਫਿਰ ਉਦੋਂ ਥੋੜਾ ਰੋਸਟ ਚਿਕਨ, ਉਹ ਸਾਰਾ ਮੇਰੀ ਡਿਊਟੀ ਹੁੰਦੀ ਹੈ। ਕੋਈ ਇਹੋ ਜਿਹਾ ਇਨਸੀਡੈਂਟ ਸ਼ੇਅਰ ਕਰਨਾ ਚਾਹੋਗੇ ਜੋ ਤੁਸੀਂ ਮਤਲਬ ਕੁਕਿੰਗ ਕਰ ਰਹੇ ਸੀਗੇ ਔਰ ਇਟ ਵੈਂਟ ਡਰੈਸਟਿਕਲੀ ਰੋਂਗ? ਮੈਂ ਨਹੀਂ ਸੀ ਬੇਸਿਕਲੀ ਮੇਰੇ ਅਸੀਂ ਆਪਣੇ ਬੇਟੇ ਦਾ 2nd ਜਾਂ 3rd ਬਰਥਡੇ ਕਰਨਾ ਸੀਗਾ, ਓਕੇ। ਤੇ ਅਸੀਂ 3-4 ਫੈਮਲੀਜ਼ ਨੂੰ ਇਨਵਾਈਟ ਕੀਤਾ ਸੀਗਾ, ਤੇ ਉਸ ਦਿਨ ਕੀ ਸੀਗਾ ਕਿ ਮੈਂ ਬਿਜ਼ੀ ਸੀਗਾ ਕੰਮ ਤੇ ਮੈਂ ਮੈਮ ਆਪਣੀ ਵਾਈਫ ਨੂੰ ਕਿਹਾ ਕਿ ਤੁਸੀਂ
ਉਹ ਬਣਾ ਦਿਓ, ਗੋਟ ਕਰੀ ਬਣਾ ਦਿਓ। ਤੇ ਵਾਈਫ ਨੇ ਮੇਰੀ, ਮੈਂ ਮੀਟ ਗੋਟ ਵਗੈਰਾ ਲਿਆ ਕੇ ਦੇਤੀ ਐਂਡ ਸ਼ੀ ਸਟਾਰਟ ਕੁਕਿੰਗ। ਬਟ ਮੈਂ ਕੀ ਹੋਇਆ, ਵੈਨ ਸ਼ੀ ਵਾਜ਼ ਇਨ ਦ ਮਿਡਲ ਆਫ ਦ ਕੁਕਿੰਗ, ਮੈਂ ਘਰ ਆ ਗਿਆ ਤੇ ਮੈਂ ਦੇਖਿਆ ਵੀ ਕੁੱਕਰ ਦੇ ਉੱਤੇ ਮੀਟ ਗੋਟ ਬਣ ਰਹੀ ਹੈ। ਮੈਂ ਵਿਦਆਊਟ ਇਹ ਕੋਈ ਪੁੱਛੇ ਮੈਂ 2-3 ਗਲਾਸ ਪਾਣੀ ਦੇ ਪਾਤੇ। ਉਹ ਫਿਰ ਉਹ ਕੀ ਹੋਇਆ ਜੀ, ਉਹ ਐਕਚੁਅਲੀ ਆਲਰੇਡੀ ਇਹਨੇ ਪਾਣੀ ਪਾ ਚੁੱਕਿਆ ਸੀ ਜਿੰਨਾ ਲੋੜ ਸੀਗੀ, ਬਟ ਮੈਨੂੰ ਥੋੜਾ ਡਰਾਈ ਲੱਗਦਾ ਪਿਆ ਸੀ ਤੇ ਮੈਂ ਥੋੜਾ ਪਾਣੀ ਪਾਤਾ। ਉਹਦੇ ਨਾਲ ਕੀ ਹੋ ਗਿਆ, ਉਹਦੇ ਨਾਲ ਸਾਰਾ ਟੇਸਟ ਜਿਹੜਾ ਉਸ ਚੀਜ਼ ਦਾ। ਸੋ ਵੀ ਟਰਾਈਡ ਅ ਲੋਟ ਆਫਟਰ ਦੈਟ ਕਿ ਇਹ ਥੋੜੀ ਜਿਸ ਤਰ੍ਹਾਂ ਥਿਕ ਗ੍ਰੇਵੀ ਆਪਾਂ ਬਣਾਉਂਦੇ ਉਹ ਬਣ ਜੇ, ਪਰ ਉਹ ਬਣੀ ਨਹੀਂ। ਤੇ ਇੱਕ ਵਾਰੀ ਇਹ ਦੂਸਰਾ ਇਹ ਹੋਇਆ ਸੀਗਾ ਕਿ ਅਸੀਂ ਨੋਰਮਲੀ ਚਾਰਕੋਲ ਦੇ ਉੱਤੇ ਨਾ ਚਿਕਨ ਰੋਸਟ ਕਰੀਦਾ ਜਾਂ ਲੈਮ ਰੋਸਟ ਕਰੀਦੀ ਹੈ। ਤੇ ਇੱਕ ਦਿਨ ਚਾਰਕੋਲ ਆਪਣੇ ਵੱਲੋਂ ਡਾਲ ਇਗਨਾਈਟ ਕਰਕੇ ਚਲਾਤੇ, ਤੇ ਪਰ ਮੈਨੂੰ ਲੱਗਾ ਸ਼ਾਇਦ ਜਲਦੇ ਨਹੀਂ ਪਏ ਨਾ, ਤੇ ਮੈਂ ਥੋੜੇ ਹੋਰ ਪਾ ਕੇ ਤੇ ਉਹਦੇ ਉੱਤੇ ਆਪਣਾ ਚਿਕਨ ਰੱਖਤਾ। ਬਟ ਇਨ ਦਾ ਮੀਨ ਟਾਈਮ ਜਿਹੜੇ ਸਟਾਰਟਰ ਦੇ ਉੱਤੇ ਪਾਏ ਹੋਏ ਸੀਗੇ ਉਹ ਵੀ ਸਟਾਰਟ ਹੋ ਗਏ, ਤੇ ਜਿਹੜੇ ਉੱਤੇ ਪਾਏ ਉਹ ਇੰਨਾ ਕੁ ਜ਼ਿਆਦਾ ਹੀਟ ਹੋ ਗਈ ਉਹਨੇ ਸਾਰਾ ਚਿਕਨ ਸਾੜਤਾ। ਇਹ 2-3 ਹੈ ਜੀ। ਦਿਸ ਇਜ਼ ਲਾਈਫ। ਕੁਝ ਖੱਟੀਆਂ ਕੁਝ ਮਿੱਠੀਆਂ ਯਾਦਾਂ। ਹਾਂਜੀ ਹਾਂਜੀ। ਯੂ ਚੈਰਿਸ਼ ਦੋਸ ਮੂਮੈਂਟਸ ਐਵਰੀ ਟਾਈਮ। ਅੱਛਾ, ਜਦੋਂ ਤੁਸੀਂ ਟਰੈਵਲ ਕਰਦੇ ਹੋ, ਆਈ ਐਮ ਸ਼ੋਰ ਤੁਸੀਂ ਘੁੰਮਣ ਵੀ ਜਾਂਦੇ ਹੋਵੋਗੇ ਬਹੁਤ ਸਾਰੀਆਂ ਥਾਵਾਂ ਤੇ, ਬਾਹਰ ਵੀ ਰਹਿੰਦੇ ਹੋਵੋਗੇ। ਵਾਟਸ ਵਨ ਥਿੰਗ ਅਬਾਊਟ ਅੰਮ੍ਰਿਤਸਰ ਜੋ ਤੁਹਾਨੂੰ ਕਹਿੰਦੀ ਹੈ ਕਿ ਇਹ ਚੀਜ਼ ਅੰਮ੍ਰਿਤਸਰ ਦੀ ਬੈਸਟ ਹੈ? ਸਰ ਇੱਕ ਤਾਂ ਜੇ ਤੁਸੀਂ ਸਰਦੀਆਂ 'ਚ ਅੰਮ੍ਰਿਤਸਰ ਆਓ ਤੇ ਅੰਮ੍ਰਿਤਸਰ ਵਿੰਟਰਸ ਆਰ ਦਾ ਬੈਸਟ, ਬਿਕੋਜ਼ ਇਨ ਵਿੰਟਰਸ ਯੂ ਦੇ ਸਨੀ ਵਿੰਟਰਸ ਨਾ, ਤੁਸੀਂ ਆਪਣੀ ਸਰਦੀ ਇੰਜੋਏ ਕਰਦੇ। ਨੋ ਡਾਊਟ ਨਾਈਟਸ ਤੇ ਮਾਰਨਿੰਗ ਜਦੋਂ ਧੁੰਦਾਂ ਸ਼ੁਰੂ ਹੋ ਜਾਂਦੀਆਂ ਉਦੋਂ ਥੋੜਾ, ਬਟ ਅਦਰਵਾਈਜ਼ ਵਿੰਟਰਸ ਜਿਹੜੀਆਂ ਅੰਮ੍ਰਿਤਸਰ ਦੀਆਂ ਦੇ ਆਰ ਦਾ ਬੈਸਟ। ਐਂਡ ਸੈਕਿੰਡ ਇੱਥੇ ਸ਼ਰਮਾ ਉਹ ਜਲੇਬੀ ਗੁਲਾਬ ਜਾਮੁਨ ਹੈਗਾ, ਤਾਂ ਉਹ ਹਰ ਟਾਈਮ ਅਸੀਂ ਮਿਸ ਕਰਦੇ ਹਾਂ। ਉਹਦੀ ਜਲੇਬੀ ਅੰਮ੍ਰਿਤ ਛੋਟੇ ਛੋਟੇ ਗੁਲਾਬ ਜਾਮੁਨ, ਛੋਟੇ ਛੋਟੇ ਉਹ ਸਰਦੀ 'ਚ ਬਹੁਤ ਮਜ਼ਾ ਭਾਈ ਨੂੰ ਪਤਾ ਹੈ ਵੀ ਯੂ ਆਲਵੇਜ਼ ਗੋ ਦੇ, ਕਿਉਂਕਿ ਗੁਲਾਬ ਜਾਮੁਨ ਇਹਨਾਂ ਦਾ ਵੀ ਫੇਵਰਟ ਹੈ। ਇਹ ਵੀ ਬੜੇ ਫੈਨ ਹੈ। ਤੇ ਫਿਰ ਉਹ ਛੋਟੀ ਛੋਟੀ ਟੁੱਥਪਿਕ ਨਾਲ ਖਾਈਦੀ ਹੈ, ਤੇ ਉਹ ਸਰਦੀਆਂ 'ਚ ਤਾਂ ਫਿਰ ਉਹ ਚੀਜ਼ ਮਿਲਦੀ ਨਹੀਂ ਕਿਤੇ ਵੀ ਨਾ। ਹਾਂ, ਉਹ ਅਸੀਂ ਕੱਲ ਪਰਸੋਂ ਗਏ ਸੀਗੇ ਉੱਥੇ ਵੀ। ਹਾਂ, ਪਰ ਉਹ ਮਤਲਬ ਗਰਮੀ 'ਚ ਉਹ ਫਨ ਨਹੀਂ ਆਉਂਦਾ ਜੋ ਤੁਸੀਂ ਸਰਦੀਆਂ 'ਚ ਆਉਣਾ। ਸਵੀਟ ਖਾਣ ਦਾ ਮਜ਼ਾ ਹੀ ਸਰਦੀ 'ਚ ਹੈਗਾ। ਸਹੀ ਹੈ। ਬਟ ਅੰਮ੍ਰਿਤਸਰ ਦੀ ਬਹੁਤ ਸਾਰੀ ਚੀਜ਼ਾਂ ਇਸ ਤਰ੍ਹਾਂ ਬੈਸਟ। ਹਾਂਜੀ, ਲੱਸੀ, ਉਹ ਲੱਸੀ ਇਜ਼ ਗੁੱਡ। ਇੱਥੇ ਜਲੇਬੀ ਵੀ ਬਹੁਤ ਫੇਮਸ ਹੈ ਜੀ। ਹਾਂਜੀ। ਦਰਬਾਰ ਸਾਹਿਬ ਦੇ ਕੋਲ ਰਬੜੀ ਪਾ ਕੇ, ਹਾਂ, ਖੂਹ ਵਾਲੀ ਜਿਹੜੀ ਹਾਂ ਜਲੇਬੀ ਹੈ ਉਹ ਵੀ ਬਹੁਤ ਫੇਮਸ ਹੈ, ਵਰਲਡ ਫੇਮਸ ਹੈ ਇਨਫੈਕਟ। ਹਾਂਜੀ ਹਾਂਜੀ। ਫਿਰ ਇੱਥੇ ਉਹ ਚਾਂਪਾਂ ਹੁੰਦੀਆਂ ਟੈਲੀਫੋਨ ਸੋਇਆਬੀਨ ਐਕਸਚੇਂਜ ਦੀਆਂ, ਲਾ ਕੇ ਉਹ ਵੀ ਬੜੀ ਟੇਸਟੀ ਮਿਲਦੀਆਂ ਚਾਂਪਾਂ। ਉਹ ਮਲਾਈ ਚਾਂਪ ਹੋ ਗਈ, ਤੇ ਫਿਰ ਪਨੀਰ ਟਿੱਕਾ ਹੋ ਗਿਆ, ਮਲਾਈ ਪਨੀਰ ਟਿੱਕਾ। ਫਲੇਵਰਸ ਬਹੁਤ ਨੇ ਅੰਮ੍ਰਿਤਸਰ 'ਚ। ਸੋ ਅੰਮ੍ਰਿਤਸਰ ਦਾ ਫੂਡ ਇਜ਼ ਵਰਲਡ ਫੇਮਸ। ਹਾਂਜੀ, ਹਰ ਜਗ੍ਹਾ ਲੋਕ ਇਹਦੇ ਬਾਰੇ ਗੱਲ ਕਰਦੇ ਆ, ਯਾਦ ਕਰਦੇ ਆ। ਹਾਂਜੀ, definitely। ਫੂਡ ਨੂੰ। ਸੋ ਅੰਮ੍ਰਿਤਸਰ ਫੇਮਸ ਦੀਵਾਲੀ ਵੀ ਹੈ, ਤਾਂ ਹੀ ਤੇ ਵਰਡਿੰਗ ਕਹੀ ਹੈ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਫੂਡੀ ਪੀਪਲ ਵੀ, ਐਵਰੀ ਮੋਸਟਲੀ ਸ਼ੈਫਸ ਵੀ। ਤੁਸੀਂ ਅੰਮ੍ਰਿਤਸਰ ਤੋਂ ਵਿਕਾਸ ਖੰਨਾ, ਉਹਨਾਂ ਨੇ ਨਿਊਯਾਰਕ 'ਚ ਆਪਣਾ ਰੈਸਟੋਰੈਂਟ ਖੋਲਿਆ। ਹੀ ਇਜ਼ ਫਰੋਮ ਅੰਮ੍ਰਿਤਸਰ। ਸੋ ਜੋ ਫੂਡ ਟੇਸਟ ਫਲੇਵਰਸ ਉਹਨਾਂ ਦੇ ਹੱਥ 'ਚ ਹੈਗੇ ਆ, ਉਹ ਸਾਰੇ ਅੰਮ੍ਰਿਤਸਰੀ ਹੈ। ਸੋ ਉਹਨਾਂ ਨੇ ਉਹੀ ਫਲੇਵਰਸ ਉੱਥੇ ਲੈ ਕੇ ਗਏ। that's really amazing। ਹਾਂਜੀ ਹਾਂਜੀ। ਆਲਰਾਈਟ, ਸੋ ਹੁਣ ਜੀ ਟਾਈਮ ਆ ਗਿਆ ਪੇਟ ਪੂਜਾ ਕਰਨ ਦਾ, ਹੈ ਨਾ? ਪਹਿਲੇ ਪੇਟ ਪੂਜਾ, ਫਿਰ ਕੰਮ ਫਿਰ ਪੂਜਾ। ਹਾਂਜੀ, ਲਿਆਓ ਜੀ। ये भी अच्छा है कि स्टील में सर्व करो, होमली फील आती है। बिकॉज प्लास्टिक में तो केमिकल फूड सब अंदर जा रहा है, एंड इससे नेचुरल कोई और चीज़ है नहीं। तो ये आ गया जी हमारा पनीर टिक्का। looks very yummy। and tempting as well। Please have it, please। लो जी। थैंक यू। ले लो सॉस लो। थैंक यू। लो सर। ਤੁਸੀਂ ਲੋ ਰੋ। हाँ जी। ਇਹ ਚ ਖਾਸ ਚੀਜ਼ ਇਹ ਹੈ ਜੀ, ਜਿਹੜੀ ਆ ਪਨੀਰ ਟਿੱਕੇ ਦੇ ਨਾਲ ਸ਼ਿਮਲਾ ਮਿਰਚ ਮਿਲਦੀ ਨਾ, ਆਈ ਲਵ ਇਟ। क्या बात है। ਕਿਸੇ ਵੇਲੇ ਪਨੀਰ ਟਿੱਕਾ ਬੰਦਾ ਖਾਵੇ ਨਾ ਖਾਵੇ, ਇਹ ਜ਼ਰੂਰ ਖਾਵੇ ਨਾਲ। ਲਵ। ਆਪਾਂ ਫੁੱਲ ਨਹੀਂ ਛੇੜਨਾ। हाँ, फुल तैयार है जी।
ਸੋ ਸਟਾਰਟਰਸ ਜਿਹੜੇ ਨੇ ਉਹ ਬਹੁਤ ਜ਼ਰੂਰੀ ਹੁੰਦੇ ਆ ਹਾਂਜੀ। whenever you go for outing है ना मेरी तो मूड सेट हो weakness, जाता है हाँ, स्टार्टर मेरी वीकनेस इज पनीर टिक्का ऑलवेज So she is vegetarian. Paneer tikka is वाओ अमेजिंग very soft. ऑसम। ये इसके फ्लेवर्स ऐसे मुंह में जाते घुल रहा है, इतना सॉफ्ट पनीर बहुत अच्छा क्वालिटी का आता है ना। वेरी नाइस पनीर, मज़ा आ गया। बहुत रेयर है ऐसा सॉफ्ट पनीर, और जैसे ये टूट रहा है, कई बार कैसे रबड़ वाला पनीर होता है वो टूटता भी नहीं है। दे यूज स्पेशल। हाँ, तभी ये लग रहा है, पता चल रहा है द क्वालिटी इज़ वेरी गुड। और मैं वैसे भी पनीर टिक्का लाइक करती हूँ, तो खाते ही मेरे को पता चल जाता है दैट वाओ। पनीर टिक्का की क्वालिटी बहुत अच्छी है। ऑस्ट्रेलिया में लोग ज़्यादा क्या लाइक करते हैं, मतलब दे ईट वेज और नॉन वेज? बेसिकली नॉन वेज, उनका मोस्ट प्रेफरेंस नॉन वेज के लिए ही है। आपको वहाँ पे रेस्टोरेंट भी मिलेंगे, ज़्यादातर वो नॉन वेज। ਐਕਚੁਅਲੀ ਚੀਜ਼ ਇਹ ਹੈ ਕਿ ਉੱਥੇ ਵੈਜੀਟੇਰੀਅਨ ਦੇ ਵਿੱਚ ਆਪਸ਼ਨਸ ਬਹੁਤ ਰੇਅਰ ਹੈ, ਮਤਲਬ ਘੱਟ ਅਵੇਲੇਬਲ ਆ। ਜੇ ਤੁਸੀਂ ਇੰਡੀਅਨ ਰੈਸਟੋਰੈਂਟ ਵੀ ਜਾਂਦੇ ਜੇ, ਵੱਧ ਤੋਂ ਪਨੀਰ ਟਿੱਕਾ ਖਾ ਲੋਗੇ, ਐਂਡ ਮੋਸਟਲੀ ਜਿਹੜਾ ਪਨੀਰ ਟਿੱਕਾ ਤੁਸੀਂ ਇੰਡੀਅਨ ਰੈਸਟੋਰੈਂਟ 'ਚ ਉੱਥੇ ਖਾਂਦੇ ਜੇ, ਦੈਟ ਇਜ਼ ਨਾਟ ਆਫ ਫਰੈਸ਼ ਪਨੀਰ। ਆਪਾਂ ਇੱਥੋਂ ਕਿਸੇ ਵੇਲੇ ਅਮੂਲ ਵਗੈਰਾ ਦਾ ਪਨੀਰ ਹੈ ਨਾ, ਜਿਹੜਾ ਫਰੋਜ਼ਨ ਹੋ ਕੇ ਐਕਸਪੋਰਟ ਜਾਂਦਾ, ਉਹ ਵਾਲੇ ਪਨੀਰ ਨੂੰ ਤੁਸੀਂ ਉਹ ਜਿੱਦਾਂ ਡੀਪ ਫਰੀਜ਼ ਕਰਕੇ ਤੇ ਉਸ ਚੀਜ਼ ਨੂੰ ਉਹ सर्व कर दे। तो वो फिर रबर टाइप आता है पनीर ना मुंह में, और ये तो बहुत सॉफ्ट है। हाँ, तो इस करके द नॉन वेज ऑप्शंस आर मोर ओवर देयर। ओके, सो दैट्स व्हाई पीपल यू नो डालो आप। जैसे हम देखते हैं यहाँ पे जो पनीर वगैरह की जैसे बात हो रही है, हाँ जी, बड़ी मिलावट वगैरह होती है, पर कई हाँ जी, जगह हाँ पे जी। पनीर ਜਿਹੜਾ ਨਕਲੀ ਵੀ ਆ ਰਿਹਾ नकली आ रहा है, ਇਸ ਤਰ੍ਹਾਂ ਦਾ ਕੁਝ synthetic। ਆਸਟ੍ਰੇਲੀਆ 'ਚ ਵੀ ਹੁੰਦਾ? नहीं सर, ये हो सकता है because people don't know the real taste of paneer there. ਓਕੇ। The thing is that ਇੱਥੇ ਲੋਕਾਂ ਨੂੰ ਪਨੀਰ ਦਾ ਟੇਸਟ ਪਤਾ, ਉਹਦੇ ਚੱਕਰ 'ਚ ਕੀ ਹੈ ਕਿ ਇੱਥੇ ਲੋਕੀ ਕੰਪਲੇਂਟ ਹੋ ਸਕਦੀ, ਉੱਥੇ ਲੋਕਾਂ ਨੂੰ ਰੀਅਲ ਟੇਸਟ ਹੀ ਨਹੀਂ ਪਤਾ। ਜ਼ਿਆਦਾਤਰ ਰੈਸਟੋਰੈਂਟ ਜਾਈਦਾ, ਜੇ ਨਾ ਅੱਛਾ ਲੱਗੇ, ਥੋੜਾ ਰਬੜੀ ਲੱਗੇ, ਤਾਂ ਉਹਨੂੰ ਕਹੀਦਾ ਪਲੀਜ਼ ਚੇਂਜ। ਫਿਰ ਨੈਕਸਟ ਟਾਈਮ ਵੀ ਜੇ ਉਸੇ ਤਰ੍ਹਾਂ ਦਾ ਫਿਰ ਅਸੀਂ ਉਹ ਕਹਿੰਦੇ ਓਕੇ ਯੂ ਡੋਂਟ ਪੇ ਫॉर दैट डिश Okay. ਐਂਡ ਯੂ ਕੈਨ ਆਰਡਰ ਸਮਥਿੰਗ ਐਲਸ। ਬਟ ਜੋ ਇਹ ਚੀਜ਼ ਆ ਗਈ, ਜਿੱਦਾਂ ਮਤਲਬ ਇਹਨਾਂ ਨੂੰ ਪਤਾ ਹੈ ਕਿ ਆਪਾਂ ਇੱਕ ਵਾਰੀ ਮਾੜੀ ਖਵਾਤੀ, ਤੇ ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਅੰਮ੍ਰਿਤਸਰ ਦਾ ਬੜਾ ਫੇਮਸ ਹੈਗਾ, ਮੈਂ ਨਾਮ ਨਹੀਂ ਲਵਾਂਗਾ, ਢਾਬਾ ਜੀ ਜੀ। ਉਹ ਬੜਾ, ਉਹਦਾ ਨਾਮ ਤੁਸੀਂ ਦੇਖੋ ਟਿਕਟੋਕ ਤੇ ਫੇਸਬੁੱਕ ਤੇ ਉਹਨੂੰ ਬੜਾ ਪ੍ਰਮੋਟ ਕਰਦੇ ਨੇ, ਖਾਸ ਕਰਕੇ ਟੂਰਿਸਟ ਵਾਸਤੇ। ਅਸੀਂ 2 ਦਿਨ ਪਹਿਲੇ ਉੱਥੇ ਖਾਣਾ ਖਾਣ ਗਏ ਹਾਂ। ਨੋ ਡਾਊਟ 10 years ago when we used to have food there, that was very yummy. ਓਕੇ। ਦਾਲ ਉਹਨਾਂ ਦੀ ਬੜੀ ਲੋਕੀ ਬਹੁਤ ਕਰਦੇ ਨੇ ਜੀ, ਵਰਲਡ ਫੇਮਸ ਦਾਲ ਆ ਇਹ। ਪਰ ਉਦੋਂ ਅਸੀਂ ਜਿਹੜੀ ਦਾਲ ਖਾਧੀ ਉਹਨਾਂ ਦੀ, ਉਹਨਾਂ ਦੇ ਵਿੱਚ ਜਿਹੜੀ ਕੁਆਲਿਟੀ ਆਫ ਜਿੱਦਾਂ ਦਾਲ ਦਾ ਦਾਣਾ ਹੁੰਦਾ ਨਾ, that was not that of high quality। ਬਸ ਘਿਓ ਜਿਹਾ ਪਾ ਦਿਓ ਉੱਤੇ ਤੁਸੀਂ, ਦੇਸੀ ਘਿਓ, ਹੈ ਨਾ। ऑलराइट। और ऊपर से हाइजीन का, यहाँ पे जैसे हाइजीन है, यहाँ पे कोई फ्लाई नहीं दिख रही, कुछ नहीं हो रहा, इट्स ब्यूटीफुल। हम उस ढाबे में गए थे, वही बोल रहे हैं जिसका नाम नहीं ले रहे हम, जी जी। उन्होंने हमें डिस्पोजेबल ग्लास सर्व किया एंड वाटर बॉटल एज वेल। मेरे हस्बैंड ने उसमें पानी डाला, पानी डालते ही जब वो ग्लास उठाने लगे, उसमें से फ्लाई उड़ गई, ओह, तो वो ग्लास में ऑलरेडी फ्लाई थी। जो मतलब चिपकी हुई थी, हाँ। जैसे मैंने पानी डाला। तो फिर बात। उनके यूटेंसिल्स भी आई डोंट नो दे आर सर्विंग, हाइजीन है वहाँ पे नहीं है, बट यहाँ पे फूड क्वालिटी के साथ हाइजीन भी बहुत है, अच्छा एंड वेल मेंटेन है, सो वी आर लाइकिंग दैट। वेरी नाइस, वेरी नाइस। सो और ਸਾਡੀ पनीर टिक्का प्रायोरिटी की तो बात ही कुछ और है। ਸਾਡੀ ਵੀ ਪ੍ਰਾਇਰਟੀ ਇਹੀ ਹੈ ਜੀ, ਇੱਥੇ ਜਿਹੜੇ ਲੋਕ ਬਾਹਰੋਂ ਆਉਂਦੇ ਆ ਉਹਨਾਂ ਨੇ ਕਈ ਲੋਕ ਬਹੁਤ ਲੰਬੇ ਸਮੇਂ ਬਾਅਦ ਆਉਂਦੇ ਨੇ, ਔਰ ਕਈ ਲੋਕ ਸਿਰਫ ਇੱਕ ਵਾਰ ਹੀ ਆਉਂਦੇ, तो दे शुड गो विद अ ग्रेट एक्सपीरियंस। ਸਾਡੀ ਕੋਸ਼ਿਸ਼ And ਇੱਥੇ more or ਹੈਗੀ। less, देखो दरबार साहब ਦੇ ਬਿਲਕੁਲ ਕੋਲ ਹੈ। ਦਰਬਾਰ ਸਾਹਿਬ ਲੋਕ 2-3 दिन 4 दिन ਵੀ ਆਉਂਦੇ ਨੇ, ਤੇ all 3 times a day ਲੰਗਰ ਨਹੀਂ ਛਕ ਸਕਦੇ। ਨਹੀਂ, हाँ And obviously। they look for some good food outside। yes, ਉਹਨਾਂ ਨੂੰ ਹੁੰਦਾ ਹੈ ਕਿ economical and good food, though we have a very good ambience, ਪਰ visitors ਨੂੰ ਕਈ ਵਾਰ ਲੱਗਦਾ ਹੈ ਕਿ ਸ਼ਾਇਦ expensive ਹੋਏਗਾ, but through this podcast we want to convey this message as well
We have all the good facilities, good food at a very economical price. No, I can see that. I just checked the prices. ਦਾਲ ਮੱਖਣੀ is around 120 rupees and ਤੁਸੀਂ ਕਿਸੇ ਵੀ ਤੁਸੀਂ ਨਾਰਮਲ ਢਾਬੇ ਤੇ ਵੀ ਚਲੇ ਜਾਓ ਵੀ 150 ਰੁਪਇਆ ਚਾਰਜ ਕਰ ਰਹੇ 120 is reasonable. I think everyone can afford. ਕਿ ਨਾਲ ਆਪਣਾ ਜਿਹੜਾ ਆਪਣਾ ਚਪਾਤੀ ਹੈ ਉਹ ਵੀ ਨਾਰਮਲ ਜਿਹੜੀ 25 rupees ਦੀ ਹੈ ਮਤਲਬ ਪਰ ਹੈਡ I think 200 is enough. Whereas We have buffets, we have thalis, and at very reasonable price. Very reasonable price. होता क्या है ना लोग आते हैं कोई बार अवेयरनेस नहीं है उनमें सो दे डोंट टेल उनको इंफॉर्मेशन नहीं है Yes. जैसे कि कैसा है कैसा नहीं है सो दिस इज़ आपने जो ये स्टार्ट किया पॉडकास्ट बड़ा अच्छा है कि उनको पता लगेगा इंफॉर्मेशन मिले इस रेस्टोरेंट के बारे में एंड दे कम एंड एंजॉय एंड डेफिनेटली इट इज़ आवर प्लेजर दैट आपने टाइम दिया आज दोनों ने अपना कीमती टाइम नहीं, निकाला नहीं। क्योंकि स्पेशली जो NRI We can कपल्स go- आते हैं उनको बहुत काम होता है बहुत नहीं। बिजी होते हैं बहुत सारी उन्होंने शॉपिंग करनी होती है No, बहुत our सारे main- रिलेटिव्स को मिलना होता है our main aim is to have a good food so we can go anywhere. और यहाँ पे तो बहुत मतलब ये पनीर It is टिक्का what- की आप बता नहीं सकते It how is much worth it worth is coming here. ये ले all Just serving नहीं बस Kulcha आ रहा है. ओए सर You said you missed kulcha. हाँ Kulcha आ रहा है. ਕੁਲਚਾ ਕੁਲਚਾ ਜੋ ਅਸੀਂ ਤੁਹਾਨੂੰ ਅੱਜ ਸਰਵ ਕਰਾਂਗੇ ਜੀ ਦੈਟ ਇਜ਼ ਅ ਯੂਨੀਕ ਕੁਲਚਾ ਅਕਸਰ ਤੁਸੀਂ ਸੁਣਿਆ ਹੈ ਕਿ ਕੁਲਚਾ I heard, ਜਿਹੜਾ ਹੈ ਉਹ ਹਾਂ। ਮੈਦੇ ਦਾ ਹੁੰਦਾ ਹੈ हाँ ਹਾਂ जी हाँ जी ਹੈਨਾ ਜਿਹੜਾ ਅੰਮ੍ਰਿਤਸਰ ਬਾਈਟਸ ਦੇ ਵਿੱਚ ਜਿਹੜਾ ਕੁਲਚਾ ਮਿਲਦਾ ਹੈ ਉਹ ਆਟੇ ਦਾ ਕੁਲਚਾ ਹੁੰਦਾ ਹੈ ਤੇ ਤੋਂ नहीं दैट्स गुड हाँ आपको मैं वैसे बताऊं एक और हम रेस्टोरेंट में गए थे वो ना, इधर इधर ही है हाँ जी, गोल्डन टेम्पल के बाहर निकलते ही हाँ हाँ और उनको हमने बोला कि हमें अमृतसरी कुलचा चाहिए हाँ हाँ तो वो ले आए उन्होंने सोचा पता नहीं इनको पता नहीं पता हाँ हाँ क्योंकि हम बॉर्न ब्रॉट अप तो यहाँ पे हैं 25 हाँ। साल यहाँ पे रहे हैं नो डाउट वहाँ पे हो गए 20 ईयर्स तो वो ले आया उसने सर्व किया जब हमने खाया उसको फिर हमने बुलाया हमने कहा इसमें स्टफिंग ही नहीं है नहीं कहना ਇਹੋ ਜਿਹਾ ਹੁੰਦਾ ਤੇ ਉਹਦੇ ਉੱਤੇ ਨਾ ਉਹਨਾਂ ਨੇ ਇੱਥੇ ਸਪੈਸ਼ਲ ਮਸਾਲਾ ਮਿਲਦਾ ਧਨੀਏ ਦਾ ਤੇ ਕਾਲੀ ਹਾਂਜੀ, ਮਿਰਚ ਦਾ ਉਹ ਮਿਕਸ ਕਰਕੇ ਉੱਤੇ ਮੋਟਾ ਮੋਟਾ ਧਨੀਆ ਹੁੰਦਾ ਨਾਲ ਜੀ। ਸਾਰਾ ਕੁਝ तो वो कहना सारा अंदर ही फीलिंग की हुई है बाहर है ही नहीं सो ही इज टेलिंग अस कि असी जिमें कदे खादा नहीं तो हाँ। वो ही फूल करना कस्टमर्स को कि ऐसे होता है वैसे होता है उनको फिर जो बाहर से भी आते हैं उनको पता ही नहीं है रियल फ्लेवर ऑफ अमृतसरी कुलचा और आप जैसे डिस्क्राइब कर रहे हो आटे का तो दैट्स हेल्दी एज वेल बिल्कुल बिल्कुल मेरे तो और- मुझे पानी आ गया जी ना हाँ। सुन के कुलचे का और ऊपर से ऊपर से जब बाहर से आओ तो टमी अपसेट होता है हाँ। तो मैदा खा के और खराब होगा तो आटे का तो Yes, बहुत yes, अच्छा yes. है हाँ कि जी। तुम ਵੈਸੇ खाओ और ਖਾਣਾ enjoy करो। ਤੇ ਪਿਆਰ ਨਾਲ ਖਵਾ ਦਿੱਤਾ ਜਾਵੇ ਇਹ ਦੋ- ਸਰਵ ਕਰ ਦਿੱਤਾ ਜਾਵੇ ਤੇ ਵੈਸੇ ਹੀ ਬੰਦਾ ਖੁਸ਼ ਹੋ ਜਾਂਦਾ ਹੈ ਹਾਂਜੀ। ਖਾਣਾ ਜਿਹੋ ਜਿਹਾ ਵੀ ਹੋਵੇ ਸੋ ਪੁਰਾਣੇ ਬਜ਼ੁਰਗ ਕਹਿੰਦੇ ਸੀ ਨਾ ਕਿ ਜਿਸ ਨੇਚਰ ਨਾਲ ਹਾਂ। ਲੇਡੀ ਰੋਟੀ ਬਣਾਉਂਦੀ ਹੈ ਰਸੋਈ 'ਚ ਹਾਂ ਉਹੀ ਨੇਚਰ ਅੱਗੇ ਬੰਦਿਆਂ ਦੇ ਵਿੱਚ ਅੰਦਰ ਆਉਂਦੀ ਹੈ ਬਿਲਕੁਲ ਸੋ ਤੇ ਉਹੀ ਚੀਜ਼ ਹੈ ਵੀ ਜੇ ਜਿਸ ਤਰ੍ਹਾਂ ਦਾ ਸ਼ੈਫ ਬਣਾ ਰਿਹਾ ਹੈ, ਉਸੇ ਤਰ੍ਹਾਂ ਦੀ ਅੱਗੇ एनर्जी जनरेट करो और बेस्ट है अंदर पाठ गुरबानी सब चलती है हाँ जी, कुकिंग हाँ के जी। दौरान जी। तो सारे उसमें एलिमेंट्स आती होंगी खाने में बिल्कुल। सो आपको ना हैवी लगेगा और डाइजेशन में प्रॉब्लम नहीं होगी लो प्लीज हाँ जी। दिस इज क्या बात। अमृतसर बाइट्स आटे वाला कुलचा क्या दैट्स लुक्स वेरी यमी या टेस्ट करो एंड लेट्स हैव इट टुगेदर या लो प्लीज स्मूथी खाएंगे हाँ इकट्ठे शेयर कर लेंगे ओके सो आज ऐसे हमारे- लग रहा है जैसे तंदूर से एकदम निकल के रोटी। आया तंदूरी रोटी एंड वेरी क्रिस्पी जनरली आटे की इतनी क्रिस्पी नहीं होती मैदे की होती है No, but बट when- ये बहुत when they अच्छी cook in tandoor it becomes crispy मक्खन को स्प्रेड कर लो ਤੇ ਮਜ਼ਾ ਆ ਜਾਏਗਾ ਲੋਕਾਂ ਨੂੰ ਮੱਖਣ ਲਾਉਣ ਦੀ ਬਜਾਏ ਕੁਲਚੇ ਨੂੰ ਲਾਓ ਅਸੀਂ ਲਾਈਫ ਆਪਣੀ ਕੰਪਲਿਕੇਟ ਕਰ ਲੈਂਦੇ ਆ ਲੋਕਾਂ ਨੂੰ ਮੱਖਣ ਲਾ ਲਾ ਕੇ ना कोई फायदा नहीं और जनरली क्या होता है ये जब कुलचा देते हैं ना लोग उसके ऊपर ज़्यादा फोकस कर लेते हैं छोलों पे कोई फोकस नहीं करता और यहाँ पे तो छोले भी मसाले वाले इतने टेस्टी हैं कि आपको फील ही नहीं आएगी कि आप कुछ डिफरेंट खा रहे हो मतलब ਜਿਹੜੀ इनकी ਚਟ
अमृतसर का जो पानी है ना उसमें भी खासियत है। हाँ जी, जो हमारे यहाँ पे भीगे कुलचे मिलते हैं, हाँ पिज्जा कुलचा, पिज्जा कुलचा, वो कितने बनता ही नहीं। हाँ पूरे अमृतसर के अलावा वो कहीं नहीं मिलेगा, जलंधर भी चले जाओ तो नहीं बनता। वो फ्लेवर ही नहीं आएगा। हाँ, फॉर्मेशन ही नहीं होती। हाँ मेरी तो वीकनेस बचपन से पिज्जा कुलचा भी वीकनेस थी, ये भी थी। खासकर वो छोले जो होते हैं वो इवन मैं फुल्कों के साथ भी बड़ा खुश होकर वैसे खाती थी। ਹਰ ਜਗ੍ਹਾ ਦਾ ਆਪਣਾ ਆਪਣਾ ਫੂਡ ਹੁੰਦਾ ਹੈ ਅਲੱਗ ਅਲੱਗ। ਜਿਵੇਂ ਐਮਪੀ ਦੇ ਵਿੱਚ ਲੋਕ ਨਾਸ਼ਤੇ 'ਚ ਜ਼ਿਆਦਾ ਪੋਹੇ ਪ੍ਰੈਫਰ ਕਰਦੇ ਆ, ਹਰ ਜਗ੍ਹਾ ਪੋਹਾ ਤੇ ਜਲੇਬੀ। ਪੋਹਾ ਜਲੇਬੀ ਚੱਲਦਾ ਹੈ। पोहा जलेबी। हाँ, पोहे थल्ले पोहा सर्व करके उत्ते 2-3 पीस जलेबी दे रख। ਮਹਾਰਾਸ਼ਟਰ ਦੇ ਵਿੱਚ ਵੜਾ ਪਾਓ ਵੜਾ ਪਾਓ ਚੱਲਦਾ ਹੁੰਦਾ ਹੈ। ਜ਼ਿਆਦਾ। ਸਾਊਥ पोहा ਦੇ ਵਿੱਚ जलेबी का कॉम्बिनेशन मैं कभी नहीं सुना। हाँ, मैं भी पहली बारी when I got married to a MP person only then I came to know। और फिर अमृतसर में अमृतसरी कुलचा। ਸੋ ਅੰਮ੍ਰਿਤਸਰ ਦੇ ਵਿੱਚ ਬਹੁਤ ਵੈਰਾਈਟੀ ਹੈ, अच्छा ਅਸੀਂ ਜਿਵੇਂ ਕੁਲਚਾ, ਪਿੱਜ਼ਾ ਕੁਲਚਾ, ਸਾਨੂੰ ਲੱਗਦਾ ਨਮਕੀਨ ਮਿੱਠਾ पोहा जलेबी। पर देखो ਅਸੀਂ ਵੀ ਤੇ ਖਾਂਦੇ ਆ ਨਾ ਪੰਗੂਰ ਤੇ ਕੜਾ, हाँ, ਉਹ ਵੀ ਤੇ ਮਿਕਸ ਕਰਕੇ ਖਾਂਦੇ ਆ ਨਾ। बनाना ते सेवियां। बेसन वाली सेवियाँ, ਗੁਜਰਾਤ 'ਚ ਕੀ ਚੱਲਦਾ ਵੈਸੇ? ढोकला, फाफड़ा, फाफड़ा। फिर उसके बाद उद्यान, फिर वो कौन सी बेसन वाली रोटी बनाते हैं वो बारीक बारीक सी, थेपला। थेपला थेपला इज देयर फेवरेट। और फिर साथ में छुंदा होता है, वो आम की चटनी, हम यहाँ पे आम की चटनी बोलते हैं, वो छुंदा बोलते हैं, मीठी खट्टी, उसके साथ सर्व होता है वो थेपला, फाफड़ा, में क्या खापड़ा। ऑस्ट्रेलिया में जो वाइफ बना दे, बना बनाया मिल जाए तो वही बड़ा बढ़िया। नहीं तो 90% ब्रेड आमलेट। ਓਕੇ। सवेरे बंदे ने उठना है तो ब्रेड आमलेट बनाओ, एक कप कॉफी का पियो तो जाओ। नहीं वैसे मेनली उत्थे फूड लोग भी जिमें रेस्टोरेंट्स भी है, ज़्यादा फूड यही पिज़्ज़ा बर्गर ही है। वहाँ पे लोग कबाब भी खाते हैं, और उसके बाद ये ज़्यादातर जो गोरे हैं वो बीफ लाइक करते हैं वहाँ पे। यानी बीफ नहीं सर, बेसिकली ਆਸਟ੍ਰੇਲੀਆ ਦਾ ਆਪਣਾ ਕੋਈ ਫੂਡ ਨਹੀਂ ਹੈ। नहीं ਉਹ ਜਿਹੜਾ ਫੂਡ ਹੈ ਉਹ ਆਲ ਫਰਮ ਅਦਰ ਕੰਟਰੀਜ਼, ਜਿੱਦਾਂ ਮਲਟੀਕਲਚਰਲਿਜ਼ਮ ਕਰਕੇ। ਸੋ ਪੀਪਲ ਓਵਰ देयर ਦੇ ਲਾਈਕ they go to Thai restaurant, they go to Thai restaurant, they go to Vietnamese place, Indian places. उनका कोई क्लास नहीं है ऑस्ट्रेलियंस का, क्लास नहीं, क्योंकि वो We have कैंगरू का that. भी मीट, कैंगरू का भी मीट खा लेते हैं। no, that's not in a class thing, they just like it. नहीं, पर जो नेशनल एनिमल है उसका मीट कौन खाता है? देखो एक्चुअली जो नॉनवेज नहीं खाता उसको अजीब लगता है, जो खाता है वो कुछ भी खा सकता है। तो इसलिए मज़ा आ गया, Very yummy. बहुत तिखा और स्वाद, क्रिस्प। क्रिस्प एंड मक्खन वाला बढ़िया। ਤੁਸੀਂ ਤਾਂ ਨਹੀਂ ਨਾਰਮਲੀ ਖਾਂਦੇ ਹੋਣੇ ਖਾਈ ਲੈਂਦੇ ਹਾਂ ਹੈਵੀ ਚੀਜ਼। ਹਾਂ, ਪਹਿਲਾਂ ਹੁਣ ਵੈਸੇ ਥੋੜਾ ਜਿਹਾ ਫਰਕ ਪੈ ਰਿਹਾ ਹੈ, ਬਟ ਅਦਰਵਾਈਜ਼ ਕਿਤੇ ਖਾਣਾ ਹੋਵੇ, ਕੋਈ ਗੈਸਟ ਆਉਂਦੇ ਉਹਨੂੰ ਲੈ ਕੇ ਜਾਣਾ ਹੁੰਦਾ ਹੈ, ਯੂਜ਼ ਟੂ ਇਟ। ਅੰਮ੍ਰਿਤਸਰ 'ਚ ਹੋਰ ਬਹੁਤ ਸਾਰੀਆਂ ਥਾਵਾਂ ਹੈਗੀਆਂ ਹਾਂਜੀ, ਜਿੱਥੇ ਹਾਂਜੀ। ਬਹੁਤ ਵਧੀਆ ਕੁਲਚੇ ਮਿਲਦੇ ਹੈ, ਫੇਮਸ ਹੈਗੇ ਆ। ਨਹੀਂ, ਬਟ ਦਿਸ ਵਨ ਇਜ਼ ਵੈਰੀ ਯਮ। ਦਿਸ ਇਜ਼ ਆਲਸੋ ਵਨ ਆਫ ਦੀ ਬੈਸਟ ਇਨ ਅੰਮ੍ਰਿਤਸਰ। ਔਰ ਤੁਸੀਂ ਦੁਨੀਆ 'ਚੋਂ ਕਿਤੋਂ ਵੀ ਆ ਰਹੇ ਹੋ, ਅੰਮ੍ਰਿਤਸਰ ਬਾਈਟਸ ਜ਼ਰੂਰ ਆਓ ਟੂ ਹੈਵ ਦਿਸ ਆਟੇ ਵਾਲਾ ਅੰਮ੍ਰਿਤਸਰੀ ਕੁਲਚਾ। Yes, ਮਜ਼ਾ ਆ ਜਾਏਗਾ, that's the best. ਮਜ਼ਾ ਆ ਜਾਏਗਾ। Because after eating it, you are not feeling heavy. हैवीनेस, हाँ, हाँ, that's- वो हैवीनेस जो है वो मैदे से आती Even we है, put a lot of butter, still it's not feeling heaviness. लाइट फील हो रहा है। So it means I can have More. few more, but I will stop here. कट कर ले। सो वी जस्ट हैड अ वंडरफुल फूड और बहुत मज़ा आया। रोहित जी ਤੁਸੀਂ ਜ਼ਿਕਰ ਕੀਤਾ ਸੀ ਮਾਂ ਦੀ ਦਾਲ ਦਾ, ਹੈ ਨਾ? ਹਾਂਜੀ। ਤੁਸੀਂ ਵੀ ਜ਼ਿਕਰ ਕੀਤਾ ਹਾਂਜੀ, ਸੀ ਮਾਂ ਦੀ ਦਾਲ ਦਾ। ਹਾਂ। ਸੋ ਅੰਮ੍ਰਿਤਸਰ ਦੇ ਵਿੱਚ ਬਹੁਤ ਪੁਰਾਣੇ ਔਰ ਬਹੁਤ ਫੇਮਸ ਰੈਸਟੋਰੈਂਟਸ ਵੀ ਹੈਗੇ ਆ, ਅਸੀਂ ਕਿਸੇ ਦਾ ਨਾਂ ਤਾਂ ਨਹੀਂ ਲੈਂਦੇ, ਬਟ ਤੁਹਾਨੂੰ ਅੰਮ੍ਰਿਤਸਰ ਬਾਈਟਸ ਦੀ ਮਾਂ ਦੀ ਦਾਲ, ਲੱਛੇ ਪਰੌਂਠੇ ਔਰ ਗਾਰਲਿਕ ਨਾਨ ਕਿਸ ਤਰ੍ਹਾਂ ਲੱਗੇ? बहुत वधिया ते वेरी लाइट,
कोई हैवी नहीं लग रहा। और दाल मखनी तो उसका मुकाबला ही नहीं, जितने भी हमने आज तक खाई हैं अभी जब से हम ऑस्ट्रेलिया से आए हैं, अमृतसरी बाइट्स इज़ द बेस्ट। वाओ, थैंक यू वेरी हाँ मच। जी, very true. The mixed veg was great. Especially the crispiness of the lachha paratha and the Wow. garlic naan. ਵੈਸੇ ਮੈਂ ਵੀ ਮਾਂ ਦੀ ਦਾਲ ਇੱਥੇ ਪਹਿਲੀ ਵਾਰੀ ਖਾਧੀ ਹੈ ਐਂਡ ਆਈ ਆਲਸੋ ਲਾਈਕ ਇਟ। क्रीमी टेक्सचर एंड वेरी लाइट एंड ईजी। कई बार होता है किते जाओ तुसी ते डकार जो शुरू हो जाते हैं कि हैवी बहुत हो गया, जी, बट जी। यू डोंट फील लाइक हियर एनर्जेटिक एंड ਮਤਲਬ ਹਾਲੇ ਇੰਜ ਲੱਗਦਾ ਵੀ ਹੋਰ ਖਾ ਸਕਦੇ खा सकते हैं। देयर इज स्पेस, या देयर इज स्पेस। although we had Enough. a glass Enough. of lassi also, लस्सी या ट्रू। ਸੋ ਖਾ ਪੀ ਕੇ ਹੁਣ ਸੌਣ ਦਾ ਟਾਈਮ ਆ ਗਿਆ ਜੀ। ਤੇ ਇਸ ਤੋਂ ਪਹਿਲਾਂ ਕਿ ਆਪਾਂ ਇੱਥੇ ਹੀ ਸੋ ਜਾਈਏ, ਅਸੀਂ ਕੁਝ ਗੱਲਾਂ ਹੋਰ ਕਰਨੀਆਂ ਚਾਹਾਂਗੇ ਜਿਹੜੀ ਕਿ ਫਿਲਾਸਫੀਕਲ ਐਸਪੈਕਟ ਦੇ ਨਾਲ, ਔਰ ਕਿਉਂਕਿ ਜਦੋਂ ਪੋਡਕਾਸਟ ਕਰ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਤਾਂ ਫਿਰ ਉਹਦੇ ਵਿੱਚ ਕੁਝ ਮੈਸੇਜ ਵੀ ਹੋਣਾ ਜ਼ਰੂਰੀ ਹੈ, ਰਾਈਟ। ਸੋ ਮੈਂ ਇੱਕ ਗੱਲ ਤੁਹਾਨੂੰ ਦੋਨਾਂ ਨੂੰ ਪੁੱਛਣਾ ਚਾਹਾਂਗਾ, ਚੂँਕਿ ਤੁਸੀਂ ਇੰਡੀਆ ਦੇ ਵਿੱਚ ਪਲੇ ਬੜੇ, ਇੱਥੇ ਤੁਸੀਂ ਬੜਾ ਵੱਡਾ ਤੁਹਾਡਾ ਇੱਥੇ ਐਕਸਪੀਰੀਅੰਸ ਰਿਹਾ, ਦੈਨ ਯੂ ਮੂਵਡ ਆਊਟ ਟੂ ਆਸਟ੍ਰੇਲੀਆ, ਔਰ ਅਸੀਂ ਦੇਖਦੇ ਹਾਂ ਕਿ ਅੱਜ ਬਹੁਤ ਸਾਰਾ ਯੂਥ ਜਿਹੜਾ ਹੈ ਉਹ ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦਾ ਹੈ। ਸੋ ਵਾਟਸ ਵਨ ਲਰਨਿੰਗ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੋਗੇ ਆਫਟਰ ਮੂਵਿੰਗ ਟੂ ਆਸਟ੍ਰੇਲੀਆ ਫਰੋਮ ਦੇਅਰ? ਤੁਹਾਨੂੰ ਉੱਥੇ ਜਾ ਕੇ ਤੁਸੀਂ ਕੀ, ਮਤਲਬ ਕਿਸ ਤਰ੍ਹਾਂ ਤੁਹਾਨੂੰ ਲੱਗਿਆ ਜਾਂ ਕੀ ਤੁਸੀਂ ਸਿੱਖਿਆ ਜੋ ਤੁਸੀਂ ਹੋਰ ਲੋਕਾਂ ਨੂੰ ਵੀ ਦੱਸਣਾ ਚਾਹੋਗੇ? ਰੋਹਿਤ ਜੀ, ਤੁਹਾਡੇ ਨਾਲ। हाँ जी, एक्चुअली ਕਿਸੇ ਵੀ ਆਪਣੀ ਜਿਹੜੀ ਜਨਮ ਭੂਮੀ ਆ ਉਹਨੂੰ ਛੱਡ ਕੇ ਦੂਸਰੀ ਕੰਟਰੀ 'ਚ ਮੂਵ ਹੋਣਾ ਇਜ਼ ਨਾਟ ਈਜ਼ੀ। ਸਪੈਸ਼ਲੀ ਜਿਹੜੇ ਲੋਕੀ ਇੱਥੇ ਸਪੈਸ਼ਲੀ ਯੰਗ ਬॉयਜ਼ ਨੇ ਜਿਹੜੇ ਈਅਰ 12 ਕਰਦੇ ਨੇ ਅਤੇ ਉਸ ਤੋਂ ਬਾਅਦ ਸੋਚਦੇ ਨੇ ਕਿ ਅਸੀਂ ਗ੍ਰੈਜੂਏਸ਼ਨ ਉੱਥੋਂ ਕਰਾਂਗੇ ਅਤੇ ਸਾਡੀ ਲਾਈਫ ਅੱਛੀ ਆ। ਇਹ ਇਟਸ ਨਾਟ ਟੋਟਲੀ, ਇਟਸ ਵੈਰੀ ਵੈਰੀ ਹਾਰਡ ਲਾਈਫ। Yeah. You have to start from scratch, especially there is a big ਬੜਾ ਬਹੁਤ ਵੱਡਾ ਬ੍ਰੇਕਡਾਊਨ ਹੈ ਸਾਈਕੋਲੋਜੀਕਲੀ। ਤੁਸੀਂ ਆਪਣੀ ਫੈਮਿਲੀ ਤੇ ਸਭ ਤੋਂ ਇਕੱਲੇ ਮਹਿਸੂਸ ਕਰਦੇ, ਬਿਕੋਜ਼ ਜੇ ਤੁਸੀਂ ਸੋਚਦੇ ਜੇ ਕਿ ਤੁਹਾਨੂੰ ਉੱਥੇ ਕੋਈ ਨੋਨ ਆ ਤੇ ਉਹਦੇ ਕਰਕੇ ਤੁਸੀਂ ਉੱਥੇ ਜਾ ਰਹੇ ਜੇ, there is more than 50% ਚਾਂਸ ਕਿ ਉਹ ਬੰਦਾ ਆਪਣੀ ਕਿਸੇ ਉਲਝਣਾ 'ਚ ਉਲਝਿਆ ਹੋਵੇ। maybe he want to help you but maybe he will not be able to help you, ਕਿਉਂਕਿ ਉਹ ਆਪਣੀ ਉਲਝਣਾ ਤੇ ਨਾਲ ਆਲਵੇਜ਼। ਮੈਂ ਤਾਂ ਇਹੀ ਰეკਮੈਂਡ ਕਰਾਂਗਾ ਕਿ ਬਹੁਤ ਹੀ ਯੰਗ ਏਜ ਈਅਰ 12 ਦੇ ਬਾਅਦ ਤੁਸੀਂ ਮੂਵ ਹੋਣਾ। ਆਪਣੀ ਇੰਡੀਆ ਇਜ਼ ਗਰੋਇੰਗ ਐਟ ਦਾ ਮੋਮੈਂਟ। ਆਪਣਾ ਇੱਥੇ ਜਿੰਨਾ ਅੱਛੀ ਤੁਸੀਂ ਡਿਗਰੀ ਲੈ ਕੇ ਜਾਓ। ਜਿੰਨੀ ਤੁਸੀਂ ਇੱਥੇ ਹਾਰਡ ਵਰਕ ਉੱਥੇ ਕਰਨਾ ਜਾ ਕੇ, ਇੱਥੇ ਆਪਣੀ ਟਰਾਈ ਯੋਰ ਲੱਕ ਫਸਟ, ਟਰਾਈ ਯੋਰ ਐਟਲੀਸਟ ਡੂ ਯੋਰ ਬੈਚਲਰਸ। ਵਾਟਸ ਵਨ ਲਰਨਿੰਗ ਜੋ ਤੁਹਾਨੂੰ ਉੱਥੇ ਜਾ ਕੇ ਮਿਲੀ? ਕਿ ਲਰਨਿੰਗ ਇਹ ਮਿਲੇਗੀ, ਮਤਲਬ ਯੂ ਲਰਨ ਅ ਲੋਟ ਆਫ ਪ੍ਰੈਕਟੀਕਲ ਵਰਲਡ। ਜਿਵੇਂ ਤੁਸੀਂ ਉੱਥੇ ਬਿਜ਼ਨਸ ਕਰ ਰਹੇ ਹੋ ਨਾ, ਯੂ ਆਰ ਬਿਗ ਬਿਜ਼ਨਸਮੈਨ ਇਹਨਾਂ ਨੇ ਨਾ ਹਰਪ੍ਰੀਤ ਡਿਗਰੀ ਇੱਥੋਂ ਲਈ ਹੋਈ ਸੀ। ਹੀ ਵਾਸ ਐਮਟੈਕ ਵੈਨ ਹੀ ਮੂਵਡ ਟੂ ਆਸਟ੍ਰੇਲੀਆ। ਸੋ ਹਾਊ ਵਾਸ, ਮਤਲਬ ਤੁਸੀਂ ਸਾਰਾ ਉੱਥੇ ਕੁਝ ਸ਼ੁਰੂਆਤ ਕੀਤੀ ਹੈ ਨਾ, ਬਿਜ਼ਨਸ ਕੀਤਾ, ਹਾਂਜੀ। ਪਹਿਲਾਂ ਨੌਕਰੀ ਕੀਤੀ ਹੋਣੀ ਹੈ, ਫਿਰ ਬਿਜ਼ਨਸ ਕੀਤਾ ਹੋਣਾ ਹੈ। ਸਟਾਰਟਿੰਗ ਦੇ ਉੱਤੇ ਮੇਰੀ ਸਟੱਡੀ ਸੀਗੀ ਜੀ। ਮੈਂ ਉੱਥੇ ਜਾ ਕੇ ਇਨਫੋਰਮੇਸ਼ਨ ਸਿਸਟਮ 'ਚ ਮਾਸਟਰ ਕੀਤੀ ਸੀ ਜੀ। ਤੇ ਉਹਦੇ ਨਾਲ ਨਾਲ ਪੜ੍ਹਾਈ ਦੇ ਨਾਲ ਨਾਲ ਫਿਰ ਆਪਣੀ ਫੀਸਾਂ ਵੀ ਨਿਕਾਲਣੀਆਂ ਉੱਥੇ। ਸਟਾਰਟਿੰਗ ਦੇ ਫਸਟ ਫੀਸ ਤੁਸੀਂ ਪੇ ਕਰਕੇ ਜਾਂਦੇ ਜੀ। ਸੈਕਿੰਡ ਫੀਸ ਤਾਂ ਡੈਫੀਨੇਟਲੀ ਯੂ ਆਲਵੇਜ਼ ਟਰਾਈ ਕਿ ਮੈਂ ਇੱਥੋਂ ਆਪਣੇ ਘਰਦਿਆਂ ਦੇ ਬਰਡਨ ਨਾ ਪਾਵਾਂ ਤੇ ਮੈਂ ਇੱਥੋਂ ਟਰਾਈ ਕਰਾਂ, ਪੜ੍ਹਾਈ ਦੇ ਨਾਲ ਨਾਲ ਕਰਨ ਦੀ ਕੋਸ਼ਿਸ਼ ਕਰਾਂ। ਆਮ ਜਸਟ ਸੇਇੰਗ ਕਿ ਇਟਸ ਨਾਟ ਈਜ਼ੀ, ਸਪੈਸ਼ਲੀ ਐਟ ਦਾ ਮੂਮੈਂਟ ਕਿ ਜੌਬਸ ਦੀ ਵੀ ਸ਼ਾਰਟੇਜ ਹੁੰਦੀ ਆ। ਯੰਗ ਬੱਚੇ ਜਿਹੜੇ ਜਾਂਦੇ ਨੇ ਉਹਨੂੰ ਐਕਸਪਲੋਇਟੇਸ਼ਨਸ ਵੀ ਹੁੰਦੀ ਆ। ਬਟ ਡੈਫੀਨੇਟਲੀ ਜੇ ਤੁਸੀਂ ਬਹੁਤ ਜ਼ਿਆਦਾ ਪੈਸ਼ਨੇਟ ਜੇ ਐਂਡ ਯੂ ਆਰ ਰੈਡੀ ਟੂ ਫੇਸ ਦਾ ਹਾਰਡ ਲਾਈਫ, ਤੇ ਸਾਈਕੋਲੋਜੀਕਲੀ ਇਫ ਯੂ ਆਰ ਸਟਰੋਂਗ, if you think that you will not be psychologically broken because of emotional breakdown, Isolation. or away from the family, then you should try. Otherwise definitely try your luck here. और एक पॉइंट मैं ऐड ऑन करना चाहूँगी कि जैसे हमने अपने पेरेंट्स को देखा लाइफ में स्ट्रगल करते ना, तो उन्होंने जो स्ट्रगल की वो हमें इतना नहीं पता चला, बट उन्होंने ऐसी स्ट्रगल कर ली जो हमने इंजॉय किया बाद में। वैसी लाइफ वो वहाँ पे है कि जैसे हम गए हैं तो जो सेकंड जनरेशन है डेफिनेटली दे विल एंजॉय Okay. the hard work you have done. Accordingly your kids will But you enjoy. become the thing you learn when you move to that country is like you'll get very you come to know about the real practical world. ਕਿ ਇੱਥੇ ਤੁਹਾਨੂੰ ਸਾਰਾ ਕੁਝ when you make everything from the ਪੰਜਾਬੀ scratch. ਚ ਦਾਲ ਆਟੇ ਦਾ ਭਾਅ ਪਤਾ ਚੱਲਦਾ ਹਾਂ। ਇੱਥੇ। ਤੇ ਤੁਹਾਨੂੰ ਜਿਹੜਾ ਦੂਜੀ ਇੱਥੇ ਗੱਲ ਬਣੀ ਦੂਜੀ ਗੱਲ ਬਣਾਈ- ਇਹ ਹੈਗੀ ਹੈ
ਕਿ ਜਿਵੇਂ ਸਾਨੂੰ ਸ਼ੁਰੂ ਤੋਂ ਆਦਤ ਸੀ ਮਹੱਲਿਆਂ 'ਚ ਰਹਿਣ ਦੀ ਨਾ, ਉੱਥੇ ਵੀ ਮਹੱਲੇ ਹੈਗੇ ਆ, ਮਹੱਲੇ ਨਹੀਂ ਲੋਕੈਲਿਟੀਜ਼ ਲੋਕੈਲਿਟੀਜ਼ ਪੰਜਾਬੀ 'ਚ ਤਾਂ ਇਹੀ ਕਹਿੰਦੇ ਆ, ਜਿਵੇਂ ਸਬਰਬਸ ਹੁੰਦੇ ਆ, ਤੇ ਜਿਵੇਂ ਸਾਡੇ ਕੋਈ ਵੀ ਨੇਬਰਸ ਹੋਣ ਜਾਂ ਕੁਝ ਹੋਣ, ਅਸੀਂ ਜਿਵੇਂ ਬਾਹਰ ਨਿਕਲ ਜਾਂਦੇ ਆ, ਇੱਥੇ ਥੋੜਾ ਸਿਸਟਮ ਵੀ ਹੈਗਾ ਅੰਮ੍ਰਿਤਸਰ 'ਚ, ਜਿਵੇਂ ਬਾਹਰ ਬਹਿ ਜਾਂਦੇ ਆ ਤੇ ਲੋਕੀ ਗੱਲਾਂ ਬਾਤਾਂ ਕਰਦੇ, ਉੱਥੇ ਟਾਈਮ ਨਹੀਂ ਕਿਸੇ ਕੋਲ। ਈਵਨ ਕਈ ਵਾਰੀ ਤੁਸੀਂ ਨੇਬਰਸ ਨੂੰ ਵੀ ਨਹੀਂ ਜਾਣ ਪਾਓਗੇ ਕਿ ਇਹ ਕੀ ਕਰਦੇ ਆ ਕੀ ਨਹੀਂ ਕਰਦੇ। ਇੱਥੇ ਲੋਕਾਂ ਕੋਲ ਟਾਈਮ ਹੈ, ਸੋਸ਼ਲਾਈਜ਼ਿੰਗ ਇਜ਼ ਵੈਰੀ ਲੈਸ ਓਵਰ देयर। ਮਤਲਬ ਲਰਨਿੰਗ ਇਹ ਹੋ ਗਈ ਕਿ ਉੱਥੇ ਯੂ ਹੈਵ ਟੂ ਡੂ ਅ ਲੋਟ ਆਫ ਹਾਰਡ ਵਰਕ, ਗੋ ਥਰੂ ਲੋਟ ਆਫ ਸਟਰਗਲ, ਸਾਈਕੋਲੋਜੀਕਲੀ ਤੁਹਾਨੂੰ ਸਟਰੋਂਗ ਹੋਣਾ ਚਾਹੀਦਾ ਹੈ। ਹੋਮ ਸਿਕਨੈਸ ਬਹੁਤ ਹੁੰਦੀ ਹੈ, ਹੋਮ ਸਿਕਨੈਸ ਹੁੰਦੀ ਹੈ। ਜੇ ਤੁਹਾਡੀ ਫੈਮਿਲੀ ਹੈ ਦੈਨ ਇਟਸ ਓਕੇ। ਕਿ ਕਈ ਵਾਰੀ ਫੈਮਿਲੀ ਲੋਕੀ ਫੈਮਿਲੀ ਪੀਆਰ 'ਚ ਜਾਂਦੇ ਆ, ਸੋ ਉਹਨਾਂ ਦਾ ਸੋ ਯੂ ਮੀਨ ਟੂ ਸੇ ਕਿ ਜਦੋਂ ਤੁਸੀਂ ਉੱਥੇ ਜਾਓ ਤਾਂ ਯੂ ਨੀਡ ਟੂ ਬੀ ਸਟਰੋਂਗ, ਮਤਲਬ ਤੁਹਾਡੀ ਪਰਸਨੈਲਿਟੀ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਉੱਥੇ ਬ੍ਰੇਕ ਡਾਊਨ that your passion should be more than your emotional issues ਓਕੇ। ਸੋ ਹੁਣ ਜਿਵੇਂ ਬਹੁਤ ਸਾਰੇ ਕਪਲਸ ਨੇ, ਯੰਗਸਟਰਸ ਨੇ ਜਿਹੜੇ ਚਾਹੁੰਦੇ ਆ ਕਿ ਅਸੀਂ ਉੱਥੇ ਜਾਈਏ, ਸੈਟਲ ਹੋਈਏ। ਕੁਝ ਲੋਕ ਜਿਹੜੇ ਨੇ ਉਹ ਮਤਲਬ ਜਿਨ੍ਹਾਂ ਕੋਲ ਕੋਈ ਸਕਿੱਲ ਨਹੀਂ ਹੁੰਦੀ, ਸਿਰਫ ਇਸ ਕਰਕੇ ਚਲੇ ਜਾਂਦੇ ਆ ਕਿ ਉੱਥੇ ਸਾਡੇ ਰਿਲੇਟਿਵਸ ਹੈ ਕਿ ਅਸੀਂ ਕੁਛ ਨਾ ਕੁਛ ਤੇ ਕਰ ਲਵਾਂਗੇ, ਹੈ ਨਾ। ਵਾਟ ਡੂ ਯੂ ਸੁਜੈਸਟ them ਕਿ ਇੱਥੋਂ ਕੁਛ ਉਹ ਸਿੱਖ ਕੇ ਜਾਣ ਜੋ ਉੱਥੇ ਉਹਨਾਂ ਨੂੰ ਜਿਸ ਤਰੀਕੇ ਦਾ ਕੰਮ ਮਿਲ ਸਕਦਾ ਹੈ, ਜਾਂ ਰੈਂਡਮਲੀ ਚਲੇ ਜਾਣ, ਕੁਛ ਵੀ ਮਿਲ ਜਾਏਗਾ ਕੰਮ, ਜਾਂ ਉੱਥੇ ਜਾ ਕੇ ਸਿੱਖਣਾ ਹੀ ਪੈਣਾ ਹੈ ਭਾਵੇਂ ਇੱਦਾਂ ਹੀ। ਮਤਲਬ ਉੱਥੇ ਤੁਸੀਂ ਇਹ ਕਹਿ ਸਕਦੇ ਕਿ ਇਫ ਯੂ ਨੋ ਸਮਥਿੰਗ ਹੇਅਰ ਯੂ ਕੈਨ ਪੋਲਿਸ਼ ਦੈਟ ਓਵਰ ਦੇਅਰ। ਓਕੇ, ਤੁਸੀਂ ਐਟਲੀਸਟ ਇੱਥੋਂ ਕੁਝ ਕਰਕੇ ਜਾਓ, ਇੱਥੋਂ ਆਪਣਾ ਐਟਲੀਸਟ ਕੋਈ ਤੁਹਾਡੇ ਕੋਲ ਡਿਗਰੀ ਹੋਵੇ ਕਿਸੇ ਸਾਇੰਸ ਦੇ ਵਿੱਚ ਸਪੈਸ਼ਲਾਈਜ਼, ਜਾਂ ਕੋਈ ਆਨਰਸ ਦੀ ਡਿਗਰੀ ਹੋਵੇ, ਇੰਜੀਨੀਅਰਿੰਗ ਹੋਵੇ, ਉੱਥੇ ਤੁਸੀਂ ਉਸ ਚੀਜ਼ ਨੂੰ ਅੱਗੇ ਫਰਦਰ ਸਟੱਡੀਜ਼ ਲਈ ਯੂਜ਼ ਕਰਕੇ ਦੈਨ ਯੂ ਕੈਨ ਹੈਵ ਅ ਗੁੱਡ ਲਾਈਫ। ਅਦਰਵਾਈਜ਼ ਤੁਸੀਂ ਉਸੇ ਚੀਜ਼ ਦੇ ਵਿੱਚ ਮਤਲਬ ਪੈ ਜਾਓਗੇ ਆਪਣਾ ਕਿ ਹਾਰਡ ਵਰਕ ਕਰੀ ਜਾਓ, ਫਿਰ ਆਪਣੇ ਆਪ ਨੂੰ ਸਰਵਾਈਵ ਕਰਨ ਲਈ ਫਿਰ ਹੋਰ ਹਾਰਡ ਵਰਕ ਕਰੀ ਜਾਓ। ਫੋਰ ਐਗਜ਼ਾਮਪਲ ਜਿਵੇਂ ਇਹਨਾਂ ਨਾਲ ਹੀ ਇੰਜੀਨੀਅਰਿੰਗ ਕੀਤੀ ਸੀ, ਇਹਨਾਂ ਦਾ ਫਰੈਂਡ ਹੈ ਖੰਗੂੜਾ, ਵੈਰੀ ਗੁੱਡ ਪਰਸਨ, ਉਹਨਾਂ ਦੀ ਵਾਈਫ ਇੱਥੇ PhD ਕਰਕੇ ਗਈ ਸੀ ਐਗਰੀਕਲਚਰ 'ਚ। ਓਕੇ, ਸੋ ਨਾਓ ਸ਼ੀ ਇਜ਼ ਅ ਸਾਇੰਟਿਸਟ ਦੇਅਰ। ਉਹਨਾਂ ਨੇ ਫਰਦਰ ਉਸ ਚੀਜ਼ ਦੇ ਉੱਤੇ ਪੋਲਿਸ਼ਿੰਗ ਕੀਤੀ, ਜਿਵੇਂ ਇਹਨਾਂ ਨੇ ਕਿਹਾ, ਫਰਦਰ ਸਟੱਡੀ ਕੀਤੀ 1 year 1.5. ਸੋ ਨਾਓ ਸ਼ੀ ਇਜ਼ ਅ renowned person over there, good scientist. and what kind of technical knowledge, like do Australia need more plumbers, more electrical Tradies, technicians? Actually, they don't need the plumbers who have studied here. Then you have to study proper plumbing over there. Or the It's a Given 4-year course. For first 3 years you have to study, and last 2 years you have to do the apprenticeship. practical. So the plumber over here is totally different from there. Okay. ਬਟ ਜਿਵੇਂ ਕੋਈ BSc ਨਰਸਿੰਗ ਕਰਕੇ ਜਾਂਦਾ ਤੇ ਫਰਦਰ ਉੱਥੇ 1.5 year ਦਾ ਕੋਰਸ ਹੈ। ਆਈਲੈਟਸ ਤੇ ਤੁਸੀਂ ਕਲੀਅਰ ਕਰਨੀ ਹੈ। 1.5 year ਦਾ ਕੋਰਸ ਹੈ ਜੋ ਤੁਸੀਂ ਕਰੋ ਰਿਨਾਊਂਡ ਕਾਲਜ ਤੋਂ, ਜਿਵੇਂ BSc ਨਰਸਿੰਗ ਕੀਤੀ ਹੈ ਕਿਸੇ ਨੇ, ਮਾਸਟਰਸ 1.5 2 years ਦਾ, ਜਾਂ ਫਿਰ ਫਰਦਰ ਐਡਵਾਂਸ ਕੋਰਸ ਕਰ ਲਓ, ਯੂ ਗੈਟ ਗੁੱਡ ਜੌਬ ਇਨ ਨਰਸਿੰਗ। so what do you suggest कि you will suggest that Australia is a nice option? अगर कोई abroad जाना चाहता है तो ऑस्ट्रेलिया ऑप्ट करके देखे ज़रूर। हाँ, वो डिपेंड करता है, मतलब इफ पर्सन इज स्ट्रॉन्ग इनफ and handle ups and downs, struggles, and ready to move, definitely. So that was really a nice conversation with Rohit ji and Anubha ji from Australia. ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਅੱਜ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਸਾਡੇ ਵਾਸਤੇ ਟਾਈਮ ਕੱਢਿਆ, ਔਰ ਬਹੁਤ ਹੀ ਪਿਆਰ ਭਰੀਆਂ ਗੱਲਾਂ ਤੁਹਾਡੇ ਨਾਲ ਹੋਈਆਂ ਜੀ। ਬਹੁਤ ਮਜ਼ਾ ਆਇਆ। ਸਾਨੂੰ ਥੈਂਕ ਯੂ ਬਹੁਤ ਵੈਰੀ ਅੱਛਾ ਮਚ। ਲੱਗਾ ਤੁਹਾਨੂੰ ਮਿਲ ਕੇ। ਖਾਸ ਕਰਕੇ food we enjoyed a lot. Yeah, totally agree. ਦਿਲ ਦੀ ਗੱਲਾਂ ਤੇ ਵੈਸੇ ਵੀ ਹੁੰਦੀਆਂ ਰਹਿੰਦੀਆਂ, ਬਟ ਖਾਣੇ ਦੇ ਟੇਬਲ ਤੇ ਬੈਠ ਕੇ ਮਿੱਥ ਕੇ ਬੈਠਣਾ ਔਰ ਫਿਰ ਕੁਝ ਖਾਸ ਗੱਲਾਂ ਕਰਨੀਆਂ, ਉਹਦਾ ਆਨੰਦ ਹੀ ਵੱਖਰਾ ਹੈ। ਸੋ ਵੀ ਆਲਸੋ ਇੰਜੋਇਡ ਅ ਲੋਟ, ਐਂਡ ਥੈਂਕ ਯੂ ਵਨਸ ਅਗੇਨ ਵੈਰੀ ਮਚ। Thanks for calling us. Yeah. ਸੋ ਅੱਜ ਦੇ ਇਸ ਐਪੀਸੋਡ ਨੂੰ ਅਸੀਂ ਇੱਥੇ ਹੀ ਵਾਈਂਡ ਅਪ ਕਰਦੇ ਹਾਂ, ਔਰ ਆਈਡ ਲਾਈਕ ਟੂ ਰਿਕੁਐਸਟ ਵਨਸ ਅਗੇਨ ਕਿ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਐਂਡ ਸ਼ੇਅਰ ਇਟ ਵਿਦ एवरीवन, ਕਿਉਂਕਿ ਅਕ੍ਰੋਸ ਦ ਗਲੋਬ ਜਿਹੜੇ ਲੋਕ ट्रैवल करते हैं, खाना पसंद करते हैं और कुछ लाइफ च जानना चाहते हैं लोगों बारे कि वो किवें अपनी ज़िंदगी जी रहे हैं, तो इस चैनल को ज़रूर सबसक्राइब करो और शेयर करो। तो we highly recommend ਅੰਮ੍ਰਿਤਸਰੀ ਬਾਈਟਸ, ਔਰ ਅਸੀਂ ਚਾਹਾਂਗੇ ਕਿ ਤੁਸੀਂ ਇੱਕ ਵਾਰੀ ਜ਼ਰੂਰ give it a try, ताकि every person comes to know the flavors and taste
of Amritsari bites. एब्सोल्युटली सो अमृतसर बाइट्स आओ, खाना खाओ और खुश हो जाओ। थैंक यू वेरी मच। Thank you. थैंक यू।